ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਮੈਂ ਹਰ ਹਰ ਨਾਮ ਧਰ ਸੋਈ, ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ। ਮੈਂ ਤੁਝ ਬਿਨ ਅਵਰ ਨ ਕੋਈ, ਮੈਂ ਤਾਣ ਦੀਵਾਨ ਤੂੰ ਹੈ ਮੇਰਾ ਸੁਆਮੀ। ਮੈਂ ਤੁਧ ਆਗੈ ਅਰਦਾਸ, ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ। ਮੇਰਾ ਦੁੱਖ ਸੁਖ ਤੁਝ ਹੀ ਪਾਸ, ਜੀਤਾ ਜੀਉ ਪਿੰਡ ਸਭ ਤੇਰਾ। ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਵਖਿਆਣ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਵਖਿਆਣ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਹ ਕੁਰਸੋਹ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਬੇਸਾਹੋ। ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਦੱਖਣੇ ਮਹੱਲਾ ਪੰਜਵਾ। ਜੋ ਡੁਬੰਦੋ ਆਪ
ਸੋ ਤਰਾਏ ਕਿਨਖੇ ਤਾਰਿੰਦੜੋ ਪੀਤਾਰ ਨਾਨਕ ਪਿਰ ਸਿਉ ਰਤਿਆ ਜੋੜ ਬੰਦੋ ਆਪ ਸੋ ਤਰਾਏ ਕਿਨਖੇ ਤਾਰਿੰਦੜੋ ਪੀਤਾਰ ਨਾਨਕ ਪਿਰ ਸਿਉ ਰਤਿਆ। ਮਹੱਲਾ ਪੰਜਵਾ। ਜਿਥੈ ਕੋਇ ਕਥਨ ਨਾਉ ਸੁਣੰਦੋ ਮਾਪਿਰੀ ਮੂੰਹ ਜਲਾਊ ਤਥ ਨਾਨਕ ਪਿਰੀ ਪਸੰਦੋ ਹਰਿਓ ਥਿਓਸ। ਮਹੱਲਾ ਪੰਜਵਾ। ਮੇਰੀ ਮੇਰੀ ਕਿਆ ਕਰ ਹੈ ਪੁੱਤਰ ਕਲਤਰ ਸਨੇਹ ਨਾਨਕ ਨਾਮ ਬਿਹੂਣੀਆਂ ਨਿਯਮ ਨਿਆਦੀ ਦੇਹ। ਪੌੜੀ। ਨੈਣੀ ਦੇਖੋ ਗੁਰ ਦਰਸਨੋ ਗੁਰ ਚਰਣੀ ਮੱਥਾ ਪੈਰੀ ਮਾਰਗ ਚੱਲਦਾ ਪੈਰੀ ਮਾਰਗ ਗੁਰ ਚੱਲਦਾ ਪੱਖਾ ਫੇਰੀ ਹੱਥਾ ਅਕਾਲ ਮੂਰਤ ਹਿਰਦੈ ਧਿਆਏਂਦਾ ਦਿਨ ਰਹਿਣ ਜਪੰਥਾ ਮੈਂ ਛੱਡਿਆ ਸਗਲ ਅਪਾਇਣੋ ਪਰਵਾਸੈ ਗੁਰ ਸਮਰੱਥਾ ਗੁਰ ਬਖਸ਼ਿਆ ਨਾਮ ਨਿਧਾਨ ਸਭੋ ਦੁਖ ਲੱਥਾ ਭੋਗੋ ਪੁੰਚੋ ਭਾਈਓ ਪੱਲੇ ਨਾਮ ਅਗੱਥਾ ਨਾਮ ਦਾਨ ਇਸਨਾਨ ਦਿੜ ਸਦਾ ਕਰੋ ਗੁਰ ਕਥਾ ਸਹਿਜ ਭਇਆ ਪ੍ਰਭ ਪਾਇਆ ਜਮ ਕਾ ਭੋ ਲੱਥਾ ਨਾਮ ਦਾਨ ਇਸਨਾਨ ਦਿੜ ਸਦਾ ਕਰੋ ਗੁਰ ਕਥਾ ਸਹਿਜ ਭਇਆ ਪ੍ਰਭ ਪਾਇਆ ਜਮ ਕਾ ਭੋ ਲੱਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਜਹਰਾ ਜਹੂਰ ਹਾਜ਼ਰਾ ਹਜੂਰ ਸਰਬ ਕਲਾ ਸਮਰੱਥ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ ਆਪਾਂ ਸਾਰੇ ਹੀ ਵਡਭਾਗੇ ਹਾਂ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ
ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸਵਾਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਦੱਖਣੇ ਦੀ ਵਾਰ ਦੀ ਵਿਚਾਰ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਗੁਰੂ ਪਾਤਸ਼ਾਹ ਦੀ ਕਿਰਪਾ ਸਦਕਾ ਕੱਲ੍ਹ ਵਾਲੇ ਦੀਵਾਨਾਂ ਦੇ ਵਿੱਚ 19ਵੇਂ ਸ਼ਲੋਕ ਦੀ ਸਤਿਗੁਰੂ ਮਹਾਰਾਜ ਨੇ ਵਿਚਾਰ ਆਪ ਕਿਰਪਾ ਕਰਕੇ ਕਰਵਾਈ ਸੀ। ਅੱਜ ਸਤਿਗੁਰੂ ਜੀ 1101 ਅੰਕ ਤੇ 20ਵੇਂ ਸ਼ਲੋਕ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਦੱਖਣੇ ਮਹੱਲਾ ਪੰਜਵਾ। ਜੋ ਡੁਬੰਦੋ ਆਪ ਸੋ ਤਰਾਏ ਕਿਨਖੇ, ਤਾਰਿੰਦੜੋ ਭੀ ਤਾਰ ਨਾਨਕ ਪਿਰ ਸਿਉ ਰਤਿਆ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਤਤੀ ਤਵੀ ਉੱਤੇ ਬੈਠ ਕੇ ਇਹਨਾਂ ਪੰਕਤੀਆਂ ਦਾ ਉਪਦੇਸ਼ ਦੇਣ ਵਾਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਪਾਵਨ ਸ਼ਲੋਕ ਦੇ ਵਿੱਚ ਜਿੱਥੇ ਸਤਿਗੁਰੂ ਜੀ ਪਹਿਲੀ ਪੰਕਤੀ ਦੇ ਵਿੱਚ ਉਹਨਾਂ ਜੀਵਾਂ ਦੀ ਗੱਲ ਕਰਦੇ ਨੇ ਜਿਹੜੇ ਜੀਵ ਆਪ ਵੀ ਸੰਸਾਰ ਸਮੁੰਦਰ 'ਚ ਗੋਤੇ ਖਾ ਰਹੇ ਨੇ ਤੇ ਆਪਣੇ ਸੰਗੀ ਸਾਥੀਆਂ ਨੂੰ ਵੀ ਨਾਲ ਡੋਬ ਲੈਂਦੇ ਹਨ। ਤੇ ਅੱਧੀ ਪੰਕਤੀ 'ਚ ਸਤਿਗੁਰੂ ਜੀ ਫਿਰ ਇਹ ਦੱਸਦੇ ਨੇ ਕਿ ਜਿਹੜੇ ਆਪ ਤੈਰਨਾ ਜਾਣਦੇ ਹਨ ਫਿਰ ਉਹ ਆਪਣੇ ਸੰਗੀ ਸਾਥੀਆਂ ਨੂੰ ਵੀ ਤਾਰ ਲੈਂਦੇ ਹਨ। ਕਿਉਂਕਿ ਜਿਹੜਾ ਸਾਡਾ ਗੁਰੂ ਸਮਰੱਥ ਹੈ, ਗੁਰੂ ਸਰਵ ਸ਼ਕਤੀਮਾਨ ਹੈ, ਜਿਹੜਾ ਸੰਸਾਰ ਸਮੁੰਦਰ ਹੈ ਇਹ ਵਿਸ਼ੇ ਵਿਕਾਰਾਂ ਦੇ ਨਾਲ ਭਰਿਆ ਹੋਇਆ। ਇਸ ਸੰਸਾਰ ਸਮੁੰਦਰ ਤੋਂ ਪਾਰ ਹੋਣ ਦੇ ਲਈ ਸਾਨੂੰ ਗੁਰੂ ਰੂਪੀ ਬੇੜੀ ਉੱਤੇ ਸਵਾਰ ਹੋਣਾ ਪਵੇਗਾ। ਜਿਵੇਂ ਕਿਸੇ ਸਮੁੰਦਰ ਨੂੰ ਪਾਰ ਕਰਨਾ ਹੈ, ਨਦੀ ਨੂੰ, ਦਰਿਆ ਨੂੰ ਪਾਰ ਕਰਨਾ ਹੈ ਤੇ ਪੁਰਾਣੇ ਸਮੇਂ 'ਚ ਬੇੜੀਆਂ ਦਾ ਸਹਾਰਾ ਲੈ ਕੇ ਲੋਕ ਨਦੀਆਂ ਦਰਿਆਵਾਂ ਨੂੰ ਪਾਰ ਕਰਦੇ ਹੁੰਦੇ ਸੀ। ਸਮਾਂ ਬਦਲਿਆ, ਮਨੁੱਖ ਨੇ ਤਰੱਕੀ ਕੀਤੀ, ਉਹਨਾਂ ਸਮੁੰਦਰਾਂ ਦੇ ਉੱਤੇ, ਉਹਨਾਂ ਨਦੀਆਂ ਦਰਿਆਵਾਂ ਉੱਤੇ ਵੱਡੇ ਵੱਡੇ ਪੁਲ ਉਸਾਰੇ ਗਏ
ਉਹਨਾਂ ਪੁਲਾਂ ਦੇ ਉੱਤੇ ਸਵਾਰ ਹੋ ਕੇ ਥੋੜ੍ਹੇ ਸਮੇਂ ਦੇ ਵਿੱਚ ਹੀ ਜੀਵ ਕਈ ਕਿਲੋਮੀਟਰ ਦਾ ਜਿਹੜਾ ਰਸਤਾ ਹੈ ਉਹ ਤੈਅ ਕਰਕੇ ਪਾਰ ਹੋ ਜਾਂਦਾ ਹੈ। ਜੇ ਆਪਾਂ ਕਹਿ ਦਈਏ ਸਾਡਾ ਜੋ ਗੁਰੂ ਹੈ, ਗੁਰੂ ਇੱਕ ਪੁਲ ਦੀ ਨਿਆਈ ਹੈ। ਗੁਰੂ ਇੱਕ ਪੁਲ ਦੇ ਜੋ ਪੁਲ ਉੱਤੇ ਸਵਾਰ ਹੋ ਕੇ ਸੌਖੀਆਂ ਹੀ ਆਪਾਂ ਅਵਾਰਲੇ ਕਿਨਾਰੇ ਤੋਂ ਪਾਰਲੇ ਕਿਨਾਰੇ ਚਲੇ ਜਾਂਦੇ ਹਾਂ। ਇਸੇ ਤਰ੍ਹਾਂ ਜਿਹੜਾ ਗੁਰੂ ਰੂਪੀ ਪੁਲ ਉੱਤੇ ਸਵਾਰ ਹੋ ਜਾਂਦਾ, ਗੁਰੂ ਦੀ ਦੱਸੀ ਹੋਈ ਰਹਿਤ ਮਰਜ਼ਾਦਾ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦਾ, ਅਤੇ ਸਤਿਗੁਰੂ ਸਾਨੂੰ ਇਸ ਲੋਕ ਤੋਂ ਪਰਲੋਕ ਤੱਕ ਸਫ਼ਰ ਜਿਹੜਾ ਸਾਡਾ ਸੌਖਾ ਹੋ ਜਾਂਦਾ ਹੈ। ਸੰਸਾਰ ਵਿੱਚ ਉਹ ਜੀਵ ਵਿਚਰਦੇ ਹਨ ਗੁਰਮੁਖ ਪਿਆਰੇ, ਪਰ ਵਿਸ਼ੇ ਵਿਕਾਰਾਂ ਰੂਪ ਜਿਹੜਾ ਜਲ ਹੈ ਉਸ ਜੀਵ ਨੂੰ ਪੋਹ ਨਹੀਂ ਸਕਦਾ ਹੈ। ਮਹਿਕੀ ਪਦਾਰਥਾਂ ਆਪਣੀ ਦਸਾਂ ਨੋਹਾਂ ਦੀ ਕਿਰਤ ਕਰਦੇ ਹਨ, ਪਰ ਕਿਰਤ ਕਰਦਿਆਂ ਹੋਇਆਂ ਚਿੱਤ ਕਰਤਾਰ ਵਿੱਚ ਜੋੜ ਕੇ ਰੱਖਦੇ ਨੇ। ਇਹ ਗੁਰੂ ਦੀ ਕਿਰਪਾ ਦੇ ਨਾਲ ਹੁੰਦਾ ਹੈ। ਪਰ ਸਤਿਗੁਰੂ ਇੱਥੇ ਉਹਨਾਂ ਲੋਕਾਂ ਦੀ ਗੱਲ ਕਰਦੇ ਨੇ ਕਿ ਜਿਹੜਾ ਆਪ ਡੁੱਬ ਰਿਹਾ ਹੋਵੇ, ਜੋ ਡੁੱਬੰਦੇ ਆਪ, ਕਹਿੰਦੇ ਜਿਹੜਾ ਆਪ ਭਾਈ ਡੁੱਬ ਗਿਆ ਸੋ ਤਰੰਤਰ ਆਏ ਕਿਨਖੇ। ਕਹਿੰਦੇ ਭਾਈ ਦੱਸੋ ਭਾਈ ਉਹ ਕਿਵੇਂ ਦੂਜੇ ਨੂੰ ਤਾਰ ਸਕਦਾ ਹੈ। ਜਿਵੇਂ ਭਗਤ ਕਬੀਰ ਸਾਹਿਬਾਨ ਜੀ ਦਾ ਇੱਕ ਸਲੋਕ, ਜੇ ਭਗਤ ਕਬੀਰ ਸਾਹਿਬਾਨ ਜੀ ਸਾਨੂੰ ਸਮਝਾਉਂਦੇ ਨੇ, ਕਹਿੰਦੇ ਨੇ ਕਬੀਰ ਮਾਏ ਮੁੰਡੋ ਤਿਹ ਗੁਰੂ ਕੀ, ਜਾਤੇ ਭਰਮ ਨਾ ਜਾਏ, ਆਪ ਡੁੱਬੇ ਚੋਹ ਵੇਦ ਮੈਂ, ਚੇਲੇ ਦੀਏ ਬਹਾਏ। ਕਬੀਰ ਸਾਹਿਬਾਨ ਜੀ ਸਮਝਾਉਂਦੇ ਨੇ, ਕਹਿੰਦੇ ਨੇ ਦੇਖੋ ਪੁਰਾਤਨ ਸਮਿਆਂ ਦੇ ਵਿੱਚ ਅੱਜ ਵੀ ਜਦੋਂ ਹਿੰਦੂ ਮੱਤ 'ਚ ਦੇਖੀਏ, ਬ੍ਰਾਹਮਣ ਨੂੰ ਪੁਰੋਹਿਤ ਗੁਰੂ ਆਖਿਆ ਜਾਂਦਾ। ਜਜਮਾਨ ਦੇ ਘਰ ਇਹ ਜਾਂਦਾ, ਜਿਵੇਂ ਆਪਾਂ ਆਪਣੇ ਗੁਰੂ ਦੀ ਪੂਜਾ ਕਰਦੇ ਨੇ, ਗੁਰੂ ਨੂੰ ਸਜਦਾ ਕਰਦੇ, ਨਮਸਕਾਰ ਕਰਦੇ ਹਾਂ, ਇਸੇ ਤਰ੍ਹਾਂ ਇਹ ਜਿਹੜੇ ਬ੍ਰਾਹਮਣ ਲੋਕ ਨੇ, ਪੰਡਿਤ ਲੋਕ ਹਨ, ਇਹ ਆਪਣੇ ਬ੍ਰਾਹਮਣ ਨੂੰ ਗੁਰੂ ਮੰਨ ਕੇ ਉਹਦਾ ਸਤਿਕਾਰ ਕਰਦੇ ਹਨ। ਕਬੀਰ ਸਾਹਿਬਾਨ ਜੀ ਨੇ ਜਦ ਦੇਖਿਆ, ਕਬੀਰ ਜੀ ਕੋਲ ਹੋ ਸਕਦਾ ਇਹ ਬ੍ਰਾਹਮਣ ਆਇਆ ਹੋਵੇ, ਤੇ ਕਬੀਰ ਜੀ ਕਹਿਣ ਲੱਗੇ ਨਹੀਂ ਭਾਈ, ਕਹਿੰਦੇ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ। ਕਹਿੰਦੇ ਉਸ ਆਪਣੇ ਗੁਰੂ ਦਾ ਪੁਰੋਹਿਤ ਗੁਰੂ ਜਿਹੜਾ ਬਣਨ ਦੀ ਕੋਸ਼ਿਸ਼ ਕਰਦਾ ਹੈ, ਕਹਿੰਦੇ ਉਸ ਗੁਰੂ ਦੀ ਮਾਂ ਦੇ ਜਿਹੜਾ ਮੈਂ ਸਿਰ ਮੁੰਨਦੇ ਹਾਂ, ਕਿਉਂਕਿ ਉਹਨੂੰ ਗੁਰੂ ਧਾਰਨ ਕਰਕੇ ਮੇਰੇ ਮਨ ਦਾ ਭਰਮ ਦੂਰ ਨਹੀਂ ਹੋਇਆ। ਭਰਮ ਕਿਵੇਂ ਦੂਰ ਨਹੀਂ ਹੋਇਆ? ਕਿਉਂਕਿ ਉਹ ਆਪ ਡੁੱਬੇ ਚੋਹ ਵੇਦ ਮੈਂ, ਚੇਲੇ ਦੀਏ ਬਹਾਏ। ਆਪ ਤਾਂ ਉਹ ਕਹਿੰਦੇ ਉਹ 4 ਵੇਦਾਂ 'ਚ ਡੁੱਬੇ ਹੋਏ ਨੇ। 4 ਵੇਦ ਜਿੰਨੇ ਵੀ ਧਾਰਮਿਕ ਗ੍ਰੰਥ ਨੇ, ਉਹਨਾਂ ਦੇ ਜਿੰਨੇ ਉਹ ਕਰਮ ਕਾਂਡ ਨੇ, ਵਰਤ ਰੱਖਣੇ ਇਤਿਆਦਿਕ, ਤੀਰਥ ਇਸ਼ਨਾਨ, ਇਹਨਾਂ ਦੇ ਵਿੱਚ ਹੀ ਖਚਤ ਰਹਿ ਗਏ। ਸਾਰੇ ਹੀ ਕਰਮ ਕਾਂਡ ਕਰਦੇ ਰਹੇ, ਪਰ ਜ਼ਿੰਦਗੀ ਦਾ ਅਸਲੀ ਕਰਮ ਜਿਹੜਾ ਕਰਨਾ ਸੀ, ਪਰਮਾਤਮਾ ਦਾ ਨਾਮ ਜਪਣਾ, ਉਸ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਕੇ ਵਾਹਿਗੁਰੂ ਵਿੱਚ ਇੱਕਮਿਕ ਹੋਣਾ ਹੈ, ਉਹ ਕਰਮ ਕੀਤਾ ਹੀ ਨਹੀਂ, ਜਿਸ ਕਰਕੇ ਮਨ ਦਾ ਭਰਮ ਨਹੀਂ ਗਿਆ। ਕਹਿੰਦੇ ਹਾਲਾਤ ਇਹੋ ਜਿਹੇ ਹੋ ਗਏ ਕਿ ਆਪ ਵੀ ਡੁੱਬੇ ਹਨ ਅਤੇ ਆਪਣੇ ਚੇਲਿਆਂ ਨੂੰ ਵੀ ਉਹ ਡੋਬ ਲੈਂਦੇ ਹਨ। ਜੋ ਡੁਬੰਦੇ ਆਪ ਸੋ ਤਰਾਏ ਕਿਨਖੇ। ਜਿਹੜੇ ਆਪ ਡੁੱਬੇ ਹੋਏ ਨੇ, ਦੱਸੋ ਭਾਈ ਉਹ ਦੂਜੇ ਨੂੰ ਕਿਵੇਂ ਤਾਰ ਸਕਦੇ ਨੇ? ਅਧੂਰੇ ਗੁਰੂਆਂ ਦੀ ਇਹ ਨਿਸ਼ਾਨੀ ਹੁੰਦੀ ਹੈ ਕਿ ਅਧੂਰੇ ਗੁਰੂਆਂ ਨੂੰ ਆਪ ਤੈਰਨਾ ਨਹੀਂ ਆਉਂਦਾ, ਉਹ ਆਪ ਨਹੀਂ ਤਰੇ ਹੁੰਦੇ ਨੇ। ਨਦੀ ਉਹ ਪਾਰ ਕਰਾ ਸਕਦਾ ਹੈ ਜਿਹੜਾ ਨਦੀ ਵਿੱਚ ਤੈਰਨਾ ਜਾਣਦਾ ਹੋਵੇ। ਜਿਹਨੂੰ ਆਪ ਤੈਰਨਾ ਨਾ ਹੋਵੇ ਅਤੇ ਤੈਰਨਾ ਆਉਂਦਾ ਨਾ ਹੋਵੇ, ਅਤੇ ਉਹ ਆਪ ਵੀ ਡੁੱਬ ਜਾਵੇਗਾ, ਨਾਲ ਸੰਗੀ ਸਾਥੀਆਂ ਨੂੰ ਵੀ ਡੁੱਬ ਲਵੇਗਾ। ਅਤੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਕਰਕੇ, ਕਹਿੰਦੇ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ, ਆਪ ਡੁੱਬੇ ਚੋਂ ਵੇਦ ਮੈਂ, ਚੇਲੇ ਦੀਏ ਬਹਾਏ। ਇੱਕ ਹੋਰ ਸਲੋਕ ਭਗਤ ਕਬੀਰ ਸਾਹਿਬਾਨ ਜੀ ਦਾ, ਜਿਹਦੇ 'ਚ ਸਾਨੂੰ ਪਾਵਨ ਉਪਦੇਸ਼ ਦਿੰਦੇ ਨੇ।
ਕਹਿੰਦੇ ਨੇ ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ। ਅਰਜ ਉਰਜ ਕੈ ਪਚ ਮੁਆ, ਚਾਰੋਂ ਵੇਦੋ ਮਾਹੇ। ਕਬੀਰ ਸਾਹਿਬਾਨ ਜੀ ਸਮਝਾਉਂਦੇ ਨੇ ਕਿ ਬਾਹਮਣ ਗੁਰੂ ਹੈ ਜਗਤ ਕਾ। ਬ੍ਰਾਹਮਣ ਜਿਹੜਾ ਹੈ ਇਹ ਜਗਤ ਦਾ ਗੁਰੂ, ਗੁਰੂ ਪੁਰੋਹਿਤ ਗੁਰੂ ਹੋ ਸਕਦਾ ਹੈ ਜਿਹੜੇ ਸੰਸਾਰ ਦੇ ਲੋਕ ਨੇ, ਪਰ ਰੱਬ ਦੇ ਪਿਆਰੇ ਭਗਤਾਂ ਦਾ ਗੁਰੂ ਨਹੀਂ ਹੋ ਸਕਦਾ। ਰੱਬ ਦੇ ਪਿਆਰੇ ਭਗਤਾਂ ਦਾ ਗੁਰੂ ਇੱਕ ਅਕਾਲ ਪੁਰਖ ਹੈ, ਕਿਉਂਕਿ ਰੱਬ ਦੇ ਪਿਆਰੇ ਭਗਤ ਜਨ ਆਪਣੇ ਗੁਰੂ ਪਾਸੋਂ ਨਾਮ ਦੀ ਦਾਤ ਲੈਂਦੇ ਨੇ। ਨਾਮ ਜਪ ਕੇ ਫਿਰ ਉਸ ਪਰਮੇਸ਼ਰ ਦੇ ਗੁਣਾਂ ਦਾ ਗਿਆਨ ਕਰਕੇ ਉਹਦੇ 'ਚ ਭੇਦ ਹੋ ਜਾਂਦੇ ਨੇ। ਜਿਹੜਾ ਇਹ ਪੁਰੋਹਿਤ ਹੈ, ਇਹ ਪੁਰੋਹਿਤ ਤਾਂ ਕਹਿੰਦੇ ਆਪ ਡੁੱਬਿਆ ਹੋਇਆ ਹੈ। ਇਹਦੀ ਹਾਲਤ ਪਤਾ ਕੈਸੀ ਹੈ? ਅਰਜ ਉਰਜ ਕੈ ਪਚ ਮੂਆ, ਚਾਰੋਂ ਵੇਦੋ ਮਾਏ। ਚਾਰ ਵੇਦਾਂ ਨੂੰ, ਧਾਰਮਿਕ ਗ੍ਰੰਥਾਂ ਨੂੰ ਪੜ੍ਹਦਾ ਹੈ। ਉਹਦੇ ਮੁਤਾਬਕ ਫਿਰ ਜਿੰਨੇ ਵੀ ਇਹ ਕਰਮ ਕਾਂਡ ਨੇ, ਕਰਮ ਕਾਂਡ ਸਾਰੇ ਕਰਦਾ ਹੈ, ਅਤੇ ਜਿਸ ਕਰਕੇ ਆਪ ਇਹ ਤਰ ਨਹੀਂ ਸਕਿਆ। ਹੁਣ ਗੁਰੂ ਸਵਾਰਿਓ, ਜਿਸ ਕਰਮ ਨੂੰ ਕਰਨ ਕਰਕੇ ਸਾਨੂੰ ਸਾਡਾ ਗੁਰੂ ਚੇਤੇ ਆਉਂਦਾ ਹੈ, ਜਿਹੜੇ ਕਰਮ ਨੂੰ ਕਰਨ ਕਰਕੇ ਸਾਨੂੰ ਗੁਰੂ ਚੇਤੇ ਆਉਂਦਾ, ਉਹ ਫਿਰ ਕਰਮ ਕਾਂਡ ਨਹੀਂ ਹੈ। ਜਿਹੜੇ ਕਰਮ ਨੂੰ ਕਰਕੇ ਸਾਨੂੰ ਗੁਰੂ ਭੁੱਲਦਾ ਹੈ ਤੇ ਸੱਚ ਜਾਣੇ, ਫਿਰ ਉਹ ਸਾਡੇ ਲਈ ਇੱਕ ਤਰ੍ਹਾਂ ਕਰਮ ਕਾਂਡ ਬਣਦਾ ਜਾ ਰਿਹਾ ਹੈ। ਆਪਾਂ ਸੁਚੇਤ ਹੋਣਾ ਹੈ। ਸਾਡੇ ਗੁਰੂ ਨੇ ਸਾਨੂੰ ਸ਼ਬਦ ਦਾ ਉਪਾਸ਼ਕ ਬਣਾਉਣਾ ਕੀਤਾ ਹੈ। ਸਾਡੇ ਗੁਰੂ ਸਾਹਿਬਾਨ ਨੇ ਆਖਿਆ ਕਿ ਸ਼ਬਦ ਗੁਰ ਪੀਰਾ, ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬੋਰਾਨ। ਗੁਰੂ ਸਾਹਿਬਾਨ ਜੀ ਨੇ ਪਹਿਲੇ ਜਾਮੇ 'ਚ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਸਤਿਗੁਰੂ ਕਹਿਣ ਲੱਗੇ ਕਿ ਸ਼ਬਦ ਗੁਰੂ ਸੁਰਤਨ ਚੇਲਾ। ਇਹ ਸਤਿਗੁਰੂ ਹੋਕਾ ਦੇਣਾ ਕੀਤਾ, ਫਿਰ ਸ਼ਬਦ ਦਾ ਪ੍ਰਚਾਰ ਕੀਤਾ। ਅਤੇ ਉਸੇ ਹੀ ਗੁਰੂ ਨਾਨਕ ਦੇ 10ਵੇਂ ਸਰੂਪ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਰਨ ਨੂੰ ਗੁਰਗੱਦੀ ਬਖਸ਼ਿਸ਼ ਕੀਤੀ। ਹਜ਼ੂਰ ਸਾਹਿਬ ਦੀ ਧਰਤੀ 'ਤੇ 1708 ਦੇ ਵਿੱਚ ਫਿਰ ਸਤਿਗੁਰੂ ਜੀ ਨੇ ਸ਼ਬਦ ਦੇ ਲੜ ਲਾਇਆ। ਕਹਿਣ ਲੱਗੇ, ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਇਸ ਤੋਂ ਸਤਿਗੁਰੂ ਇਸ ਤਰੀਕੇ ਨਾਲ ਪਾਤਸ਼ਾਹ ਜੀ ਨੇ ਸਾਨੂੰ ਸ਼ਬਦ ਦੇ ਲੜ ਲਾਇਆ ਹੈ ਕਿ ਸ਼ਬਦ ਦੇ ਲੜ ਲੱਗੋਗੇ, ਸ਼ਬਦ ਰਾਹੀਂ ਤਰ ਜਾਵਾਂਗੇ। ਕਾਰਨ ਕੀ ਸੀ? ਗੁਰੂ ਸਾਹਿਬਾਨ ਨੇ ਸਾਨੂੰ ਦਈਆਂ ਨਾਲ ਕਿਉਂ ਨਹੀਂ ਜੋੜਨਾ ਕੀਤਾ? ਕਿਉਂਕਿ ਸਤਿਗੁਰੂ ਜੀ ਨੂੰ ਪਤਾ ਸੀ ਕਿ ਦੇਹੀ ਅੱਜ ਹੈ ਅਤੇ ਕੱਲ੍ਹ ਨੂੰ ਇਹ ਦੇਹੀ ਨਹੀਂ ਰਹੇਗੀ। ਮਨ ਇੱਕ ਗੁਰੂ ਸਾਹਿਬਾਨ ਦੀ ਆਪਾਂ ਉਮਰ ਕਹਿ ਦਈਏ 500 ਸਾਲ ਹੋ ਜਾਵੇ, ਇਹ ਤੋਂ ਵੱਡੀ ਹੋ ਜਾਵੇ, 500 ਸਾਲ ਬਾਅਦ ਤਾਂ ਫਿਰ ਵੀ ਗੁਰੂ ਸਵਾਰੇ ਖਤਮ ਹੋਣਾ ਹੀ ਹੈ। ਦੇਹੀ ਤੱਕ ਤਾਂ ਮੁੱਕਣੀ ਹੈ। ਜਿੰਨੇ ਵੀ ਸਰੀਰ ਲੈ ਕੇ ਸੰਸਾਰ 'ਚ ਕੋਈ ਵੀ ਆਇਆ, ਵੱਡੇ ਵੱਡੇ ਪੀਰ ਪਕੰਬਰ ਔਲੀਏ ਆਏ, ਸਾਡੇ ਗੁਰੂ ਸਾਹਿਬਾਨ ਜੀ ਆਏ ਨੇ, ਹਰ ਇੱਕ ਦੇ ਸਰੀਰਾਂ ਦਾ ਓਲਾ ਹੋਇਆ। ਅੰਤ ਵੇਲੇ ਸਰੀਰ ਖਤਮ ਹੋਏ ਨੇ। ਜੇ ਸਤਿਗੁਰੂ ਸਾਨੂੰ ਸਰੀਰਾਂ ਨਾਲ ਜੋੜ ਦਿੰਦੇ ਤੇ ਆਪਾਂ ਫਿਰ ਗੁਰਚਰਨਾਂ ਦਾ ਧਿਆਨ ਕਿਵੇਂ ਧਾਰਨ ਕਰਨਾ ਸੀ? ਗੁਰੂ ਸਾਹਿਬਾਨ ਨੇ ਆਖਿਆ ਕਿ ਜਿਹੜੇ ਸਰੀਰਕ ਚਰਨ ਹਨ ਅੱਜ ਹਨ, ਕੱਲ੍ਹ ਨੂੰ ਨਹੀਂ ਹੋਣਗੇ, ਅਤੇ ਸ਼ਬਦ ਰੂਪੀ ਚਰਨ ਅੱਜ ਵੀ ਹੈ ਅਤੇ ਕੱਲ੍ਹ ਨੂੰ ਵੀ ਹੋਣਗੇ, ਅੰਤਮ ਸਮੇਂ ਤੱਕ ਹੋਣਗੇ। ਇਹ ਸ਼ਬਦ ਰੂਪੀ ਚਰਨ ਸਦੀਵੀ ਹੈ, ਜਿਸ ਕਰਕੇ ਸਤਿਗੁਰੂ ਨੇ ਸਾਨੂੰ ਸ਼ਬਦ ਦੇ ਲੜ ਲਾਣਾ ਕੀਤਾ। ਪਰ ਸਿੱਖ ਗੁਰੂ ਸਾਹਿਬ ਅੱਜ ਜੀਵ ਦੀ ਹਾਲਤ ਇਹੋ ਜਿਹੀ ਹੋ ਗਈ ਹੈ ਕਿ ਸ਼ਬਦ ਨੂੰ ਛੱਡ ਕੇ ਆਪਾਂ ਫਿਰ ਜਿਹੜੇ ਝੂਠੇ ਚਰਨ ਨੇ ਉਹਨਾਂ ਚਰਨਾਂ ਨਾਲ ਜਾ ਕੇ ਜੁੜਦੇ ਫਿਰਦੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਭਰਮ ਜਲ 'ਚੋਂ ਕੱਢਿਆ ਹੈ। ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਪੰਥ ਦੀ ਸਿਰਜਣਾ ਕਰ ਦਿੱਤੀ 30 ਮਾਰਚ 1699 ਈਸਵੀ ਨੂੰ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸਤਿਗੁਰੂ ਨੇ ਆਖ ਦਿੱਤਾ ਕਿ ਅੱਜ ਤੋਂ ਬਾਅਦ ਸਿੱਖ ਅਕਾਲ ਪੁਰਖ ਦਾ ਉਪਾਸਕ ਦੇਹ ਧਾਰੀ ਇਤਿਆਦਿਕ ਦੀ ਪੂਜਾ ਨਹੀਂ ਕਰਨੀ। ਸਿੱਖ ਨੇ ਕਿਸੇ ਸ਼ਨੀ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਨੀ ਹੈ। ਇਹ ਪਾਤਸ਼ਾਹ ਨੇ ਸਾਨੂੰ ਹੁਕਮ ਕਰ ਦਿੱਤਾ। ਕਹਿੰਦੇ ਫਿਰ ਸਤਿਗੁਰੂ ਨੇ ਆਪਣੇ ਖਾਲਸੇ ਦੀ ਪਰਖ ਕਰਨ ਵਾਸਤੇ ਖੇਡ ਵਰਤਾਈ
ਆਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰ ਦੇ ਦੀਵਾਨ ਸਜੇ ਨੇ। ਸਜੇ ਹੋਏ ਦੀਵਾਨਾਂ ਵਿੱਚ ਇੱਕ ਪੰਡਤ ਚੱਲ ਕੇ ਆਇਆ। ਪੰਡਤ ਚੱਲ ਕੇ ਆਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ। ਕਹਿਣ ਲੱਗਿਆ, ਪਾਤਸ਼ਾਹ ਜੀ, ਤੁਹਾਡੇ ਉੱਤੇ ਸ਼ਨੀ ਦੇਵਤੇ ਦੀ ਕਰੋਪੀ ਹੈ। ਕਿਉਂਕਿ ਜਿਹੜੇ ਬ੍ਰਾਹਮਣ ਲੋਕ ਨੇ ਆਮ ਤੌਰ 'ਤੇ ਇਹ ਰਾਹੂ ਕੇਤੂ ਦੇ ਜਾਲ ਵਿੱਚ ਪਾ ਕੇ ਜੀਵਾਂ ਨੂੰ ਗੁੰਮਰਾਹ ਕਰ ਦਿੰਦੇ ਨੇ। ਜਿਵੇਂ ਕਿਸੇ ਸਿਆਣੇ ਦੇ ਬੋਲਣ ਨਾ, ਕਹਿੰਦੇ ਰਾਹੂ ਕੇਤੂ ਬੈਲ ਹਮਾਰੇ, ਸਾੜ ਸਤੀ ਹੈ ਖੇਤੀ, ਪੱਤਰੀ ਹਮਾਰੀ ਬਰੀ ਸ਼ਿਕਾਰਨ, ਮਾਲ ਲਿਆਵੇ ਛੇਤੀ। ਜਿਹੜੀ ਜੀਵਾਂ ਨੂੰ ਕਹੇ ਤੇਰੇ ਉੱਤੇ ਸਾੜ ਸਤੀ ਆਈ, ਇਹ ਖੇਤੀ ਹੋ ਗਈ, ਰਾਹੂ ਕੇਤੂ ਬੈਲ ਹੋ ਗਏ। ਜਿਹੜੀ ਹੱਥ ਵਿੱਚ ਪੱਤਰੀ ਪਕੜੀ ਹੁੰਦੀ ਹੈ ਉਹਨੂੰ ਖੋਲ ਕੇ ਦੱਸਦੇ ਕਿ ਅੱਜ ਦਾ ਤੇਰੇ ਤੇ ਆਹ ਭਾਰੂ ਹੈ, ਆਹ ਤੈਨੂੰ ਉਪਾਅ ਕਰਨਾ ਪਵੇਗਾ। ਇਤਿਆਦਿਕ ਇਸ ਤਰੀਕੇ ਨਾਲ ਭਰਮ ਜਾਲ 'ਚ ਪਾ ਦਿੰਦੇ ਨੇ। ਅਤੇ ਗੁਰੂ ਕਲਗੀਧਰ ਪਾਤਸ਼ਾਹ ਜਿਹੜੇ ਸਾਨੂੰ ਭਰਮ ਵਿੱਚੋਂ ਕੱਢਣ ਵਾਲੇ ਨੇ, ਉਹ ਅੱਜ ਉਸ ਦਿਆਲੂ ਸਤਿਗੁਰ ਦੇ ਕੋਲ ਜਾ ਕੇ ਪਹੁੰਚੇ। ਦਿਆਲੂ ਸਤਿਗੁਰ ਨੂੰ ਮੱਥਾ ਟੇਕਿਆ ਅਤੇ ਪੰਡਤ ਜੋ ਦੇਖਿਆ, ਪੰਡਤ ਨੇ ਕਿ ਸਤਿਗੁਰ ਦੇ ਦਰ ਦੇ ਭਟਾਵਾਂ ਦੇ ਅੰਬਾਰ ਲੱਗੇ ਨੇ, ਕੋਈ ਸੋਨਾ ਚਾਂਦੀ ਵਸਤਰ ਇਤਿਆਦਿਕ ਲੈ ਕੇ ਆ ਰਿਹਾ। ਅਤੇ ਪੰਡਤ ਮਨ 'ਚ ਵਿਚਾਰ ਕਰਦਾ ਕਿ ਕਿਉਂ ਨਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭਰਮ ਜਾਲ 'ਚ ਪਾਵਾਂ, ਸਤਿਗੁਰ ਨੂੰ ਭਰਮ ਜਾਲ 'ਚ ਪਾ ਦਿਆਂ ਅਤੇ ਮੈਨੂੰ ਇੱਥੋਂ ਬਹੁਤ ਸਾਰਾ ਸਾਜੋ ਸਮਾਨ ਮਿਲੇਗਾ। ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਆਖਣ ਲੱਗਿਆ, ਕਹਿਣ ਲੱਗਿਆ, ਸਤਿਗੁਰੂ ਜੀ, ਆਪ ਜੀ ਦੇ ਉੱਤੇ ਸਾੜ ਸਤੀ ਆ ਰਹੀ ਹੈ, ਸ਼ਨੀ ਦੇਵਤੇ ਦੀ ਕਰੋਪੀ ਹੈ, ਸ਼ਨੀ ਦੇਵਤੇ ਦੀ ਕਰੋਪੀ ਹੈ, ਸਾੜ ਸਤੀ ਆ ਰਹੀ ਹੈ। ਅਤੇ ਗੁਰੂ ਕਲਗੀਧਰ ਪਾਤਸ਼ਾਹ ਮੁਸਕਰਾਉਂਦੇ ਨੇ, ਕਹਿਣ ਲੱਗੇ, ਪੰਡਤ ਜੀ ਫਿਰ ਉਪਾਅ ਕੀ ਹੈ, ਦੱਸੋ ਕਿਹੜਾ ਉਪਾਅ ਹੈ, ਕਿਹੜੇ ਤਰੀਕੇ ਨਾਲ ਸਾਡੇ ਉੱਤੋਂ ਸਾੜ ਸਤੀ ਹਟ ਸਕਦੀ ਹੈ, ਸ਼ਨੀ ਦੇਵਤਾ ਕਿਵੇਂ ਪ੍ਰਸੰਨ ਹੋ ਸਕਦਾ ਹੈ। ਅਤੇ ਪੰਡਤ ਜੀ ਕਹਿਣ ਲੱਗੇ ਕਿ ਇੰਨਾ ਤੁਹਾਨੂੰ ਤੇਲ ਦਾਨ ਕਰਨਾ ਪਵੇਗਾ, ਇੰਨਾ ਲੋਹਾ ਦਾਨ ਕਰਨਾ ਪਵੇਗਾ, ਇੰਨੀ ਤੁਹਾਨੂੰ ਮਾਇਆ ਦੇਣੀ ਪਵੇਗੀ, ਫਿਰ ਕਹਿੰਦੇ ਇਹ ਮੈਂ ਪੂਜਾ ਕਰਾਂਗਾ, ਸ਼ਨੀ ਦੇਵਤਾ ਪ੍ਰਸੰਨ ਹੋ ਜਾਵੇਗਾ। ਅਤੇ ਮਾਂਹ ਦੀ ਦਾਲ ਦੇਣੀ ਪਵੇਗੀ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਤਰਜਾਮੀ ਪਾਤਸ਼ਾਹ ਜਾਣਦੇ ਨੇ, ਸਿੱਖਾਂ ਦੀ ਪਰਖ ਕਰਨੀ ਹੈ ਪਾਤਸ਼ਾਹ ਨੇ ਖਾਲਸੇ ਦੀ, ਕਿ ਖਾਲਸਾ ਮੈਂ ਨਿਆਰਾ ਪੈਦਾ ਕੀਤਾ ਕਿ ਤੇ ਮੇਰੇ ਖਾਲਸੇ 'ਚ ਮਿਲਾਵਟ ਤਾਂ ਨਹੀਂ ਹੈ। ਜਦੋਂ ਗੁਰੂ ਸਾਰੇ ਗੁਰੂ ਕੇ ਖਜ਼ਾਨੇ ਦੇ ਵਿੱਚੋਂ ਇਹਨੇ ਦਾਲ ਲਈ, ਲੋਹਾ ਲਿਆ, ਤੇਲ ਲਿਆ ਅਤੇ ਕੁਝ ਕੁ ਮਾਇਆ ਪਾਤਸ਼ਾਹ ਤੋਂ ਲਈ ਹੈ, ਖੱਚਰਾਂ ਉੱਤੇ ਖੋਤੇ ਉੱਤੇ ਲੱਦ ਕੇ ਲਿਜਾ ਰਹੇ ਆ। ਜਦੋਂ ਸਿੰਘ ਬਾਹਰ ਬੈਠੇ ਨੇ, ਸਿੰਘਾਂ ਨੇ ਦੇਖਿਆ ਗੁਰੂ ਕਾ ਖਜ਼ਾਨਾ, ਗੁਰੂ ਕੀਆਂ ਰਸ਼ਤਾਂ ਵਸਤਾਂ। ਅਤੇ ਉਸ ਸਿੰਘਾਂ ਨੇ ਅੱਗੇ ਜਾ ਕੇ ਘੇਰ ਲਿਆ, ਕਹਿਣ ਲੱਗੇ, ਪੰਡਤ ਜੀ ਕਿੱਥੇ ਜਾ ਰਹੇ ਹੋ? ਕਹਿਣ ਲੱਗਿਆ, ਮੈਂ ਆਪਣੇ ਘਰ ਜਾ ਰਿਹਾ। ਕਾਹਦੇ ਲਈ? ਇੱਕ ਸਾਜੋ ਸਮਾਨ ਕਿੱਥੋਂ ਆਇਆ? ਕਹਿਣ ਲੱਗੇ, ਗੁਰੂ ਨੇ ਦੇਣਾ ਕੀਤਾ। ਗੁਰੂ ਕਹਿੰਦਾ, ਗੁਰੂ ਉੱਤੇ ਸ਼ਨੀ ਦੇਵਤੇ ਦੀ ਕਰੋਪੀ ਹੈ, ਸਾੜ ਸਤੀ ਆ ਰਹੀ ਹੈ, ਉਹ ਸਾੜ ਸਤੀ ਨੂੰ ਟਾਲਣ ਵਾਸਤੇ ਮੈਂ ਪੂਜਾ ਕਰਾਂਗਾ। ਅਤੇ ਸਿੰਘਾਂ ਨੇ ਗੁਰੂ ਸਵਾਰੇ ਉਸ ਸਮੇਂ ਜਿਹੜੇ ਤੇਲ ਸੀ ਜਾਂ ਦਾਲ ਸੀ, ਮਾਹਾਂ ਦਾਲ, ਉਹ ਸਾਰੀ ਲੰਗਰਾਂ ਵਿੱਚ ਭੇਜ ਦਿੱਤੀ। ਜਿੰਨਾ ਵੀ ਲੋਹਾ ਸੀ ਉਹ ਲੋਹੇ ਨੂੰ ਸਤਿਗੁਰੂ ਜੀ ਦੇ ਕਾਰਖਾਨੇ ਲੱਗੇ ਹੋਏ ਸਨ, ਉਹਨਾਂ ਕਾਰਖਾਨੇ 'ਚ ਭੇਜ ਕੇ ਲੋਹੇ ਦੇ ਕੜੇ ਬਣਾ ਕੇ ਸਿੰਘਾਂ ਨੇ ਆਪਣੇ ਹੱਥਾਂ ਵਿੱਚ ਪਹਿਨ ਲਏ। ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਕੋਲ ਪੰਡਤਾਂ ਜਾ ਕੇ ਰੌਲਾ ਪਾਇਆ ਕਿ ਸਤਿਗੁਰੂ ਜੀ ਦੇਖੋ, ਤੁਸੀਂ ਮੈਨੂੰ ਦਾਨ ਦੇਣਾ ਕੀਤਾ, ਪਰ ਤੁਹਾਡੇ ਸਿੱਖਾਂ ਨੇ ਸਤਿਗੁਰੂ ਜੀ ਮੇਰੇ ਪਾਸ ਸਭ ਕੁਝ ਖੋਹਣਾ ਕੀਤਾ। ਅਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਕਿ ਸਿੰਘੋ, ਅਸੀਂ ਤੁਹਾਡੀ ਪਰਖ ਕਰਨੀ ਸੀ। ਜਿਸ ਖਾਲਸੇ ਪੰਥ ਦੀ ਸਿਰਜਣਾ ਕਰਨ ਵਾਸਤੇ ਮੈਂ ਪੰਜਾਂ ਦੇ ਸਿਰ ਲਏ, ਇਸ ਖਾਲਸੇ ਪੰਥ ਦੀ ਸਿਰਜਣਾ ਕਰਨ ਵਾਸਤੇ ਮੈਂ ਮਨ 'ਚ ਇਹ ਸੰਕਲਪ ਕੀਤਾ ਕਿ ਸ਼ੁੱਧ ਖਾਲਸਾ ਬਣਾਉਣਾ ਹੈ। ਉਹ ਖਾਲਸਾ ਜੇ ਕਿਸੇ ਪ੍ਰਕਾਰ ਦੀ ਮਿਲਾਵਟ ਨਾ ਹੋਵੇ, ਉਹ ਖਾਲਸਾ ਜਿਹੜਾ ਸਭ ਤੋਂ ਨਿਆਰਾ ਹੋਵੇ। ਅੱਜ ਮੈਂ ਪਰਖ ਕਰਨਾ ਚਾਹੁੰਦਾ ਸੀ। ਸਿੰਘੋ, ਤੁਸੀਂ ਪਰਖ ਵਿੱਚੋਂ ਪਾਸ ਹੋ ਗਏ ਹੋ ਅਤੇ ਮੇਰਾ ਖਾਲਸਾ ਇਹੋ ਜਿਹਾ ਹੈ। ਖਾਲਸਾ ਕੇਵਲ ਇੱਕ ਅਕਾਲ ਪੁਰਖ ਦਾ ਉਪਾਸ਼ਕ ਹੈ।
ਖਾਲਸਾ ਉਸ ਵਾਹਿਗੁਰੂ ਦੀ ਆਰਾਧਨਾ ਕਰਨ ਵਾਲਾ ਹੈ। ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਦੀ ਆਰਾਧਨਾ ਨਹੀਂ ਕਰਦਾ, ਗੁਰੂ ਗੁਰੂ ਜਪਦਾ ਹੈ। ਸਤਿਗੁਰੂ ਕਹਿਣ ਲੱਗੇ ਮੈਂ ਤੁਹਾਡੇ ਉੱਤੇ ਬਹੁਤ ਜ਼ਿਆਦਾ ਪ੍ਰਸੰਨ ਹੋਇਆ ਹਾਂ। ਤੇ ਗੁਰੂ ਸਵਾਰੇ ਇਸ ਤਰ੍ਹਾਂ ਸਤਿਗੁਰੂ ਜੀ ਨੇ ਸਾਨੂੰ ਭਰਮ ਜਾਲ ਚੋਂ ਕੱਢਿਆ ਹੋਇਆ। ਜਦੋਂ ਰਹਿਤਨਾਮਿਆਂ ਪੜ੍ਹਦੇ ਹਾਂ, ਰਹਿਤਨਾਮਿਆਂ ਵਿੱਚ ਪਾਤਸ਼ਾਹ ਨੇ ਇਹ ਬਚਨ ਕੀਤੇ ਨੇ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਫਿਰ ਸਤਿਗੁਰੂ ਇਹ ਵੀ ਵਚਨ ਕਰਦੇ ਹਨ ਕਿ ਜਬ ਲਗ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਰਹਿਤ ਬਿਨਾ ਸੋ ਕਬੂ ਨ ਲੇਹ, ਤਾਤੇ ਰਹਿਤ ਸੁਦ੍ਰਿੜ ਕਰ ਗਹਿ। ਤੇ ਨਾਲ ਪਾਤਸ਼ਾਹ ਕਹਿੰਦੇ ਨੇ ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਰਹਿਤਨਾਮਿਆਂ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ ਕਿ ਜਦੋਂ ਵਿਪਰਣਾ ਵਾਲੀ ਬੀਤਰੀਤੀ ਸਿੱਖ ਕਰਨ ਲੱਗ ਪਵੇਗਾ, ਮੇਰਾ ਖਾਲਸਾ ਕਰਨ ਲੱਗ ਪਵੇਗਾ, ਕਹਿੰਦੇ ਉਦੋਂ ਫਿਰ ਮੇਰੀ ਖਾਲਸੇ ਉੱਤੇ ਪ੍ਰਸੰਨਤਾ ਨਹੀਂ ਹੋਵੇਗੀ। ਅੱਜ ਆਪਾਂ ਆਪਣੇ ਮਨਾਂ ਵੱਲ ਝਾਤੀਆਂ ਮਾਰਨਾ ਕਰੀਏ, ਦੇਖੀਏ ਕਿ ਅੱਜ ਆਪਾਂ ਵਿਪਰਾਂ ਵਾਲੀ ਰੀਤੀ ਨਹੀਂ ਕਰ ਰਹੇ ਹਾਂ। ਤੇ ਸਤਿਗੁਰੂ ਮਹਾਰਾਜ ਸਾਨੂੰ ਕਹਿੰਦੇ ਨੇ ਸਿੱਖਾ ਤੈਂ ਧਾਗੇ ਤਵੀਤਾਂ ਉੱਤੇ ਵਿਸ਼ਵਾਸ ਨਹੀਂ ਕਰਨਾ, ਤੈਂ ਕਿਸੇ ਮੜੀ ਨੂੰ ਜਾ ਕੇ ਕਬਰ ਨੂੰ ਜਾ ਕੇ ਸਜਦਾ ਨਹੀਂ ਕਰਨਾ। ਇਹ ਸੀਸ ਮੇਰਾ ਹੈ, ਮੇਰੇ ਚਰਨਾਂ 'ਚ ਅਰਪਣ ਕਰਨਾ ਹੈ। ਤੇ ਅੱਜ ਮਾਫ ਕਰਨਾ ਸਿੱਖਾਂ ਦੇ ਪਰਿਵਾਰ, ਸਿੱਖਾਂ ਦੇ ਬੱਚੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਅੱਜ ਇਹ ਧਾਗੇ ਤਵੀ ਚੱਲ ਰਹੇ ਨੇ, ਕਦੇ ਹੱਥ ਦੇ ਗੁੱਟ ਉੱਤੇ ਧਾਗਾ, ਕਦੇ ਪੈਰ ਦੇ 'ਚ ਧਾਗਾ ਬੰਨ੍ਹਿਆ ਹੋਇਆ। ਇਸ ਤਰ੍ਹਾਂ ਦੇ ਆਪਾਂ ਕਰਮ ਕਾਂਡਾਂ ਦੇ ਵਿੱਚ ਫਸ ਗਏ ਹਾਂ। ਤੇ ਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਕਿ ਇਹ ਵਿਪਰਾਂ ਵਾਲੀ ਰੀਤੀ ਵਿੱਚ ਪੈ ਗਏ ਨੇ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੁਸ਼ੀਆਂ ਲੈਣੀਆਂ ਨੇ, ਫਿਰ ਸਾਨੂੰ ਇਸ ਭਰਮ ਜਾਲ 'ਚੋਂ ਨਿਕਲਣਾ ਪਵੇਗਾ। ਆਮ ਤੌਰ 'ਤੇ ਵੱਡੇ ਵਡੇਰਿਆਂ ਦੀ ਥਾਂ ਬਣੀ ਹੁੰਦੀ ਹੈ, ਉਹਨਾਂ ਵੱਡੇ ਵਡੇਰਿਆਂ ਦੀ ਥਾਂ 'ਤੇ ਛੋਟੀ ਜਿਹੀ ਇੱਕ ਮੱਠੀ ਬਣਾ ਲੈਣੀ, ਉੱਥੇ ਜਾ ਕੇ ਫਿਰ ਲੋਕ ਮੱਥਾ ਟੇਕਦੇ, ਸਜਦਾ ਕਰਦੇ ਨੇ। ਤੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਵੀ ਮਾਫ ਕਰਨਾ, ਜਿਨ੍ਹਾਂ ਨੇ ਤਾਂ ਬੜੇ ਤਰੀਕੇ ਨਾਲ, ਸੋਹਣੇ ਤਰੀਕੇ ਥੜਾ ਬਣਾ ਕੇ, ਜਿੱਥੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਹੋ ਚੁੱਕੇ ਹੋਵੇ, ਉਹ ਤੋਂ ਬਿਨਾਂ ਕਿਸੇ ਹੋਰ ਨੂੰ ਸਜਦਾ ਨਾ, ਉਹ ਥਾਂ ਪੂਜਨੀਕ ਹੈ। ਉੱਥੇ ਗੁਰਮਤਿ ਅਨੁਸਾਰ ਅਖੰਡ ਪਾਠ, ਸਹਿਜ ਪਾਠ, ਸੁਖਮਨੀ ਸਾਹਿਬ ਕੀਤੇ ਜਾ ਸਕਦੇ ਨੇ। ਪਰ ਜਿਨ੍ਹਾਂ ਥਾਵਾਂ 'ਤੇ ਇੱਕ ਪਾਸੇ ਮੱਠੀ ਬਣੀ ਹੋਵੇ, ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਵੇ, ਤੇ ਉੱਥੇ ਫਿਰ ਇਹ ਮਨਮਤ ਹੋ ਜਾਂਦੀ ਹੈ। ਗੁਰਮਤਿ ਤੋਂ ਉਲਟ ਕਰਮ ਹੁੰਦਾ ਹੈ, ਤੇ ਗੁਰੂ ਦੀਆਂ ਸਾਨੂੰ ਫਿਰ ਖੁਸ਼ੀਆਂ ਨਹੀਂ ਮਿਲ ਸਕਦੀਆਂ ਨੇ। ਜੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ ਤੇ ਸਾਨੂੰ ਇਹ ਭਰਮ ਜਾਲ ਵਿੱਚੋਂ ਨਿਕਲਣਾ ਪਵੇਗਾ। ਸਾਡੇ ਗੁਰੂ ਨੇ ਇਹ ਆਖਿਆ ਏ ਕਿ ਨਹੀਂ, ਸਤਿਗੁਰੂ ਨੇ ਤੁਹਾਨੂੰ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰੀਤ ਸਜੈ ਬ੍ਰਤ, ਗੋਰ ਮੜੀ ਮੱਠ ਭੂਲ ਨ ਮਾਨੈ। ਹੁਣ ਇਹ ਮੈਂ ਨਹੀਂ ਕਹਿ ਰਿਹਾ, ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਧਰਤੀ 'ਤੇ ਆਪਾਂ ਸਜਦਾ ਕਰ ਰਹੇ, ਨਮਸਕਾਰ ਕਰ ਰਹੇ ਹਾਂ, ਉਸੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਹ ਬਚਨ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਕਿ ਜਾਗਤ ਜੋਤ ਕਿਹੜੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ, ਸ਼ਬਦ ਗੁਰੂ। ਸ਼ਬਦ ਗੁਰੂ ਦਾ ਸਿੱਖ ਉਪਾਸਕ ਹੋਣਾ ਚਾਹੀਦਾ। ਜਦੋਂ ਸਿੱਖ ਮੜੀਆਂ ਮਸਾਣਾਂ ਦੀ ਪੂਜਾ ਕਰਨ ਲੱਗ ਪਿਆ, ਮੱਠੀਆਂ ਦੀ ਪੂਜਾ ਕਰਨ ਲੱਗ ਪਿਆ, ਤੇ ਉਦੋਂ ਫਿਰ ਸਿੱਖ ਨਹੀਂ ਹੋ ਸਕਦਾ। ਫਿਰ ਸਿੱਖ ਵਿਪਰਨ ਕੀ ਰੀਤ ਕਰਨ ਲੱਗ ਪਿਆ ਹੈ। ਫਿਰ ਇੱਕ ਸਿੱਖ ਜਿਹੜਾ ਹੈ ਭਰਮ ਜਾਲ 'ਚ ਪੈ ਗਿਆ, ਉਹ ਸਿੱਖ ਨਹੀਂ ਹੋ ਸਕਦਾ ਹੈ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖ ਆਪਾਂ ਕਹਾਉਣਾ ਹੈ ਕਿ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖ ਹਾਂ, ਤੇ ਗੁਰੂ ਸਵਾਰਿਓ ਸਾਨੂੰ ਫਿਰ ਰਹਿਤ ਵਿੱਚ ਪਰਪੱਕ ਰਹਿਣਾ ਪਵੇਗਾ। ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਸਾਨੂੰ ਤਾਂ ਮਿਲਣੀਆਂ ਨੇ, ਨਹੀਂ ਤਾਂ ਫਿਰ ਆਪ ਡੁੱਬੇ ਚੋਂ ਵੇਦ ਮੈਂ ਚੇਲੇ ਦੀਏ ਬਹਾਏ। ਫਿਰ ਹਾਲਤ ਹੋ ਜਾਵੇਗੀ ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ,
ਅਰਜ ਉਰਜ ਕੈ ਪਚਮੂਆ ਚਾਰੋ ਵੇਦ ਹੁਮਾਹੇ। ਸਾਡੀ ਹਾਲਤ ਵੀ ਇਹੋ ਜਿਹੀ ਹੋ ਜਾਣੀ ਹੈ। ਤੇ ਸਤਿਗੁਰੂ ਇੱਥੇ ਬਚਨ ਕਰਦੇ ਹਨ, ਕਹਿੰਦੇ ਜੋ ਡੁਬੰਦੇ ਆਪ, ਜਿਹੜੇ ਆਪ ਡੁੱਬ ਰਹੇ ਨੇ ਸੰਸਾਰ ਸਮੁੰਦਰ 'ਚ, ਸੋ ਤਰਾਏ ਕਿਨਖੇ, ਕਹਿੰਦੇ ਭਾਈ ਦੱਸੋ ਭਾਈ ਉਹ ਦੂਜੇ ਨੂੰ ਕਿਵੇਂ ਤਾਰ ਸਕਦੇ ਹਨ। ਤੇ ਅਗਲੀ ਪੰਕਤੀ ਸਤਿਗੁਰੂ ਜੀ ਉੱਤਰ ਦਿੰਦੇ ਨੇ, ਕਹਿੰਦੇ ਨੇ ਤਾਰ ਇੰਦੜੋ ਪੀ ਤਾਰ, ਨਾਨਕ ਪਿਰਸਿਉ ਰਤਿਆ। ਤਾਰ ਇੰਦੜੋ ਤੋਂ ਭਾਵ ਹੈ ਜਿਹੜੇ ਆਪ ਤਰੇ ਹੋਏ ਨੇ, ਜਿਨ੍ਹਾਂ ਨੂੰ ਆਪ ਤੈਰਨਾ ਆਉਂਦਾ ਹੈ। ਜਿਹੜੇ ਆਪ ਤਰੇ ਹੋਏ ਨੇ ਤੇ ਆਪਣੇ ਸੰਗੀ ਸਾਥੀਆਂ ਨੂੰ ਵੀ ਭੀ ਤਾਰ ਉਹ ਤਾਰ ਦਿੰਦੇ ਨੇ, ਉਹਨਾਂ ਨੂੰ ਵੀ ਤੈਰਨਾ ਸਿਖਾ ਦਿੰਦੇ ਨੇ ਕਿ ਭਾਈ ਇਸ ਤਰੀਕੇ ਦੇ ਨਾਲ ਤੁਸੀਂ ਆਹ ਰਾਹ ਮਾਰਗ 'ਤੇ ਚੱਲੋ, ਇਸ ਤਰੀਕੇ ਨਾਲ ਸੰਸਾਰ ਸਮੁੰਦਰ ਤੋਂ ਤਰ ਜਾਵੋਗੇ। ਤੇ ਸਤਿਗੁਰੂ ਕਹਿੰਦੇ ਨੇ ਉਹ ਕਿਹੜੇ ਨੇ? ਨਾਨਕ ਪਿਰਸਿਉ ਰਤਿਆ। ਕਹਿੰਦੇ ਉਹ ਨੇ ਜਿਹੜੇ ਪਿਰ ਪਤੀ ਪਰਮੇਸ਼ਰ ਨਾਲ ਰਤਿਆ ਤਦਾਕਾਰ ਹਨ, ਜਿਹੜੇ ਪਤੀ ਪਰਮੇਸ਼ਰ ਦੇ ਨਾਮ ਰੰਗ ਵਿੱਚ ਮਸਤ ਹਨ। ਅਸਲ ਵਿੱਚ ਉਹ ਤਰੇ ਹੋਏ ਹਨ। ਜਿਹੜੇ ਤਰ ਜਾਂਦੇ ਨੇ ਉਹਨਾਂ ਨੂੰ ਫਿਰ ਸੰਸਾਰ ਦੇ ਲੋਕਾਂ ਨੇ ਨਾਮ ਦੇਣਾ ਕੀਤਾ। ਕਿਸੇ ਇਹਨਾਂ ਨੂੰ ਭਗਤ ਆਖ ਦਿੱਤਾ, ਕਿਸੇ ਨੇ ਗੁਰਮੁਖ ਆਖਿਆ, ਕਿਸੇ ਨੇ ਸੰਤ ਆਖਿਆ, ਮਹਾਂਪੁਰਖ ਆਖਿਆ, ਕਿਸੇ ਨੇ ਹਰੀ ਦਾ ਜਨ ਆਖਣਾ ਕੀਤਾ। ਜੋ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਆ ਤੇ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿੱਚ ਫਿਰ ਪਾਤਸ਼ਾਹ ਜੀ ਇਹੋ ਜਿਹੇ ਗੁਰਮੁਖਾਂ ਦੇ ਪਰਥਾਏ ਬਚਨ ਕਰਦੇ ਹਨ। ਕਹਿੰਦੇ ਨੇ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਅਗਲਾ ਵਚਨ ਕਰਦੇ ਹਨ, ਕਹਿੰਦੇ ਨੇ ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਕਿੰਨਾ ਸਨਮਾਨ ਗੁਰੂ ਅਰਜਨ ਦੇਵ ਮਹਾਰਾਜ ਉਸ ਜਨ ਪਿਆਰੇ ਨੂੰ ਦੇ ਰਹੇ ਨੇ। ਕਹਿੰਦੇ ਐਸੇ ਜਨ ਨੂੰ ਨਾਨਕ ਦੀ ਨਮਸਕਾਰ ਹੈ। ਨਾਨਕ ਸਜਦਾ ਕਰਦਾ ਐਸੇ ਜਨ ਪਿਆਰੇ ਨੂੰ, ਜਿਹੜਾ ਜਨ ਪਿਆਰਾ ਉਸ ਮਾਲਕ ਨਾਲ, ਪ੍ਰਭੂ ਨਾਲ ਬਿਲਕੁਲ ਇੱਕ ਮਿਕ ਹੈ। ਇਹ ਹੈ ਜਿਹੜੇ ਨਾਨਕ ਪਿਰਸਿਉ ਰਤਿਆ, ਤਾਰ ਇੰਦੜੋ ਭੀ ਤਾਰ, ਆਪ ਤਰੇ ਹੋਏ ਨੇ ਤੇ ਆਪਣੇ ਸੰਗੀ ਸਾਥੀਆਂ ਨੂੰ ਵੀ ਉਹ ਤਾਰ ਦਿੰਦੇ ਨੇ। ਤਾਈਓ ਸਾਨੂੰ ਸਤਿਗੁਰੂ ਜੀ ਸਮਝਾਉਂਦੇ ਨੇ। ਕਬੀਰ ਸਾਹਿਬਾਨ ਜੀ ਨੂੰ ਪੁੱਛੋ, ਕਬੀਰ ਸਾਹਿਬਾਨ ਜੀ ਕਹਿੰਦੇ ਨੇ ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇਕ ਰਾਮ। ਨਾਮ ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਕਬੀਰ ਸਾਹਿਬਾਨ ਜੀ ਬਚਨ ਕਰਦੇ ਹਨ, ਕਹਿੰਦੇ ਭਾਈ ਦੁਨੀਆ ਦੇ ਲੋਗੋ, ਐ ਭਾਈ ਜੇ ਤੂੰ ਸੇਵਾ ਕਰਨੀ ਹੈ ਨਾ ਤੇ ਸੰਸਾਰ 'ਚ ਜੀਵ ਅਨੇਕਾਂ ਪ੍ਰਕਾਰ ਦੀਆਂ ਸੇਵਾਵਾਂ ਕਰਦਾ ਹੈ, ਪਰ ਕਹਿੰਦੇ ਦੋ ਪੁਰਖਾਂ ਦੀ ਸੇਵਾ ਕਰੋ। ਇੱਕ ਪੁਰਖ ਹੈ ਰੱਬ ਦੇ ਪਿਆਰੇ ਸੰਤ ਜਨ, ਇੱਕ ਰਮੰਤੀ ਰਾਮ ਪ੍ਰਭੂ ਦਾ ਪ੍ਰਭੂ ਪਰਮੇਸ਼ਰ ਗੁਰੂ ਰੂਪੀ ਸੰਤ। ਕਹਿੰਦੇ ਇਹਨਾਂ ਦੀ ਸੇਵਾ ਕਰ ਲਈ। ਜਿਹੜਾ ਰਮੰਤੀ ਰਾਮ ਹੈ ਮੁਕਤੀ ਦਾ ਦਾਤਾ ਮੰਨਿਆ ਗਿਆ, ਜਿਹੜਾ ਗੁਰੂ ਸਵਾਰਿਓ ਰੱਬ ਦੇ ਫਿਰ ਸੰਤ ਜਨ ਗੁਰਮੁਖ ਜਨ ਹਨ, ਉਹਨਾਂ ਦੀ ਟਹਿਲ ਸੇਵਾ ਕਰਨ ਦਾ ਫਲ ਇਹ ਹੁੰਦਾ ਕਿ ਉਹ ਆਪ ਜਪਦੇ ਨੇ। ਆਪ ਜਪੈ ਅਵਰ ਹੈ ਨਾਮ ਜਪਾਵੈ। ਉਹ ਆਪ ਵੀ ਜਪਦੇ ਨੇ ਤੇ ਲੋਕਾਈ ਪਾਸੋਂ ਨਾਮ ਜਪਾਉਂਦੇ ਹਨ। ਦੋਨਾਂ ਦੀ ਸੰਗਤ ਕੀਤੀ, ਦੋਨਾਂ ਦੀ ਸੇਵਾ ਕਰਕੇ ਜੀਵਨ ਨੂੰ ਵੱਡਾ ਫਲ ਪ੍ਰਾਪਤ ਹੁੰਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਿਹੜੇ ਨਾਨਕ ਪਿਰਸਿਉ ਰਤੀ ਆ, ਉਹ ਦਰਦੇ ਨੇ ਭਾਈ ਜਿਹੜੇ ਪਿਰ ਪਤੀ ਪਰਮੇਸ਼ਰ ਦੇ ਨਾਮ ਵਿੱਚ ਰਤਿਆ ਤਦਾਕਾਰ ਹਨ। ਮਹੱਲਾ ਪੰਜਵਾ। ਜਿੱਥੈ ਕੋਇ ਕਥਨ, ਨਾਉ ਸੁਣੰਦੋ ਮਾ ਪੀਰੀ। ਮੂੰਹ ਜਲਾਊ ਤਥ, ਨਾਨਕ ਪੀਰੀ ਪਸੰਦੋ ਹਰਿਓ ਥਿਓਸ। ਅਗਲਾ ਬਚਨ
ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਰਦੇ ਹਨ। ਕਹਿੰਦੇ ਨੇ ਜਿੱਥੈ ਕੋਏ ਕਥਨ, ਜਿੱਥੈ ਕੋਏ ਕਥਨ, ਕਥਨ ਤੋਂ ਭਾਵ ਕਥਨ ਕਰਦੇ ਨੇ, ਜਿੱਥੇ ਨਾਉ ਸੁਣਨ ਦੀ ਮਾਪਰੀ, ਜਿੱਥੇ ਕਿਤੇ ਕਹਿੰਦੇ ਨੇ ਕੋਈ ਇਹੋ ਜਿਹੀ ਥਾਂ ਹੋਵੇ, ਜਿੱਥੇ ਕੋਈ ਇਹੋ ਜਿਹਾ ਜੀਵ ਹੋਵੇ ਕਿ ਪ੍ਰਭੂ ਪਰਮਾਤਮਾ ਦੇ ਗੁਣਾਂ ਦਾ ਕਥਨ ਕਰਦਾ ਹੋਵੇ, ਪ੍ਰਭੂ ਪਰਮਾਤਮਾ ਦੀ ਸਿਫਤਸਲਾਹ ਕੀਤੀ ਜਾਵੇ, ਸੰਗਤ ਹੁੰਦੀ ਹੋਵੇ, ਜਿੱਥੇ ਫਿਰ ਪਰਮੇਸ਼ਰ ਦਾ ਨਾਮ ਸੁਣਿਆ ਜਾਂਦਾ, ਸੁਣਾਇਆ ਜਾਂਦਾ ਹੋਵੇ, ਕਹਿੰਦੇ ਉਹ ਥਾਂ 'ਤੇ ਮੈਂ ਭੱਜ ਕੇ ਜਾਣਾ ਕਰਾਂ। ਅਤੇ ਪਾਤਸ਼ਾਹ ਕਹਿੰਦੇ ਇਹੋ ਜਿਹੀ ਥਾਂ 'ਤੇ ਮੈਂ ਉਸ ਥਾਂ ਨੂੰ ਮੈਂ ਲੱਭਦੇ ਫਿਰਦੇ ਹਾਂ। ਜੀਵ ਇਸਤਰੀ ਕਹਿ ਰਹੀ ਹੈ, ਮੂੰਹ ਜਲਾਊ ਤਥ ਨਾਨਕ ਪਿਰੀ ਪਸੰਦੋ ਹਰਿਓ ਥਿਓਸ। ਮੂੰਹ ਜਲਾਊ ਤਥ, ਮੇਰੇ ਮਨ 'ਚ ਕਹਿੰਦੇ ਐਸੇ ਪਿਆਰੇ ਦੇ ਪਤੀ, ਕਹਿੰਦੇ ਇਸ ਤਰ੍ਹਾਂ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ ਜਿੱਥੇ ਮੇਰਾ ਪੀਰੀ ਪਸੰਦੋ, ਜਿਹੜਾ ਪੀਰੀ ਪਤੀ ਪਰਮੇਸ਼ਰ ਪਸੰਦੋ ਪਸਦਾ ਹੈ, ਰਹਿੰਦਾ ਹੈ। ਕਹਿੰਦੇ ਹਰਿਓ ਥੀ, ਜਦੋਂ ਜਿਸ ਥਾਂ 'ਤੇ ਹਰੀ ਦੀ ਸਿਫਤਸਲਾਹ ਹੋਵੇ, ਵਡਿਆਈ ਹੋਵੇ ਨਾ, ਉਹ ਫਿਰ ਥਾਂ ਗੁਰੂ ਉਸ ਜੀਵ ਦਾ ਜਿਸ ਹਿਰਦੇ ਰੂਪੀ ਘਰ ਵਿੱਚ ਹਰੀ ਪਰਮਾਤਮਾ ਦਾ ਵਾਸਾ ਹੋ ਜਾਵੇ, ਉਹ ਹਿਰਦੇ ਰੂਪੀ ਘਰ ਫਿਰ ਹਰਾ ਭਰਾ ਹੋ ਜਾਂਦਾ ਹੈ। ਕਿਉਂਕਿ ਹਰੀ ਦੀ ਆਰਾਧਨਾ ਕਰਨ ਦੇ ਨਾਲ ਜੀਵ ਦਾ ਅੰਤःਕਰਨ ਹਰਾ ਭਰਾ ਹੁੰਦਾ ਹੈ। ਹਰੀ ਦੀ ਆਰਾਧਨਾ ਕਰਨ ਦੇ ਨਾਲ ਜੀਵ ਦੇ ਅੰਦਰੋਂ ਸਾਰੇ ਦੁੱਖ ਤਕਲੀਫ ਇਤਿਆਦਿਕ ਜਿਹੜੇ ਨੇ ਇਹ ਸਾਰੇ ਦੂਰ ਹੋ ਜਾਂਦੇ ਨੇ। ਹਰੀ ਦੀ ਆਰਾਧਨਾ ਕਰਨ ਦੇ ਨਾਲ ਜੀਵ ਦੇ ਅੰਦਰੋਂ ਜਿਹੜੇ ਵਿਕਾਰ ਨੇ ਉਹ ਹਰੇ ਜਾਂਦੇ ਨੇ, ਖਤਮ ਹੋ ਜਾਂਦੇ ਹਨ। ਅਤੇ ਇਹੋ ਜਿਹੀ ਫਿਰ ਅਵਸਥਾ ਉਹਨਾਂ ਗੁਰਮੁਖਾਂ ਦੀ ਬਣਦੀ ਹੈ ਜਿਹੜੇ ਸਤ ਸੰਗਤ ਦੀਆਂ ਘੜੀਆਂ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪਦੇ ਨੇ, ਹਰੀ ਦਾ ਜਸ ਸੁਣਦੇ ਹਨ, ਵਡਿਆਈ ਸੁਣਦੇ ਹਨ। ਮਹੱਲਾ ਪੰਜਵਾ। ਮੇਰੀ ਮੇਰੀ ਕਿਆ ਕਰ ਹੈ, ਪੁੱਤਰ ਕਲਤਰ ਸਨੇਹ, ਨਾਨਕ ਨਾਮ ਬਿਹੂਣੀਆਂ, ਨਿਯਮ ਨਿਆਦੀ ਦੇਹ। ਅਗਲਾ ਬਚਨ ਸਤਿਗੁਰੂ ਮਹਾਰਾਜ ਕਰ ਰਹੇ ਨੇ। ਕਹਿੰਦੇ ਜੀਵ ਦੀ ਇਹ ਆਦਤ ਹੈ ਕਿ ਜੀਵ ਸਾਰੀ ਜ਼ਿੰਦਗੀ ਮੇਰੀ ਮੇਰੀ ਕਰਦਾ ਫਿਰਦਾ ਹੈ। ਮੇਰੀ ਮੇਰੀ ਕੈਰੁ ਕਰਤੇ, ਦੁਰਜੋਧਨ ਸੇ ਭਾਈ, 12 ਜੋਜਨ ਛਤਰ ਚਲੈ ਥਾ, ਦੇਹੀ ਗਿਰਜਨ ਖਾਈ। ਮਹਾਭਾਰਤ ਦੇ ਜੰਗ ਬਾਬਤ ਆਪ ਜੀ ਭਲੀ ਭਾਂਤ ਜਾਣੂਓ। ਇੱਕ ਪਾਸੇ ਕੈਰਵ ਹੋ ਗਏ, ਇੱਕ ਪਾਸੇ ਪਾਂਡਵ ਹੋਵੇ, ਦੋਨੋਂ ਤਾਏ ਚਾਚਿਆਂ ਦੇ ਲੜਕੇ ਸ਼ਰੀਕ। ਕੈਰਵਾਂ ਦਾ ਰਾਜਾ ਸੀ ਦੁਰਜੋਧਨ ਤੇ ਪਾਂਡਵਾਂ ਦਾ ਰਾਜਾ ਸੀ ਯੁਧਿਸ਼ਠਰ। ਤੇ ਗੁਰੂ ਸਵਾਰਿਓ ਦੋਨਾਂ ਦਾ ਮੁਕਾਬਲਾ ਹੋਇਆ। ਦੁਰਜੋਧਨ ਨੂੰ ਇੰਨਾ ਮਾਣ ਸੀ, ਆਪਣੇ ਰਾਜ ਭਾਗ ਦਾ, ਹਸਤਨਾਪੁਰ ਦਾ ਰਾਜਾ ਸੀ, ਕਿ ਇੰਨਾ ਮਾਣ ਸੀ, ਇੰਨਾ ਹੰਕਾਰ ਭਰਿਆ ਫਿਰਦਾ ਸੀ ਕਿ ਜਦੋਂ ਜੂਏ ਵਿੱਚ ਪਾਂਡਵ ਸਭ ਕੁਝ ਹਾਰ ਗਏ, ਆਪਣਾ ਰਾਜ ਭਾਗ ਇਤਿਆਦਿਕ, ਇੱਥੋਂ ਤੱਕ 5 ਪਾਂਡਵਾਂ ਦੀ ਇਸਤਰੀ ਦ੍ਰੋਪਤਾ ਨੂੰ ਵੀ ਹਾਰ ਗਏ। ਅਤੇ ਇਹਨਾਂ ਦੀ ਹਾਲਤ ਬੜੀ ਤਰਸਯੋਗ ਹੋ ਗਈ, ਰਹਿਣ ਲਈ ਘਰ ਨਹੀਂ ਹੈ। ਅਤੇ ਉਦੋਂ ਇਹਨਾਂ ਨੇ ਸ਼੍ਰੀ ਕ੍ਰਿਸ਼ਨ ਜੀ ਕੋਲ ਬੇਨਤੀ ਕੀਤੀ। ਸ਼੍ਰੀ ਕ੍ਰਿਸ਼ਨ ਜੀ ਕੋਲ ਬੇਨਤੀ ਕੀਤੀ ਅਤੇ ਸ਼੍ਰੀ ਕ੍ਰਿਸ਼ਨ ਜੀ ਨੇ ਦੁਰਜੋਧਨ ਕੋਲ ਆਏ, ਕਹਿਣ ਲੱਗੇ ਦੁਰਜੋਧਨ ਦੇਖ, ਸਾਨੂੰ ਪਤਾ ਹੈ ਕਿ ਤੂੰ ਸਭ ਕੁਝ ਜਿੱਤ ਗਿਆ, ਰਾਜ ਭਾਗ ਦਾ ਮਾਲਕ ਤੂੰ ਬਣ ਗਿਆ, ਪਰ ਤੇਰੇ ਚਚੇਰੇ ਭਰਾ ਜਿਹੜੇ ਨੇ ਪਾਂਡੂ ਹਨ ਉਹ ਵੀ ਤੇਰੇ ਭਰਾ ਹਨ, ਪਰ ਉਹਨਾਂ ਦੀ ਜਿਹੜੀ ਹਾਲਤ ਬੜੀ ਤਰਸਯੋਗ ਹੋ ਗਈ ਹੈ। ਕੋਈ ਗੱਲ ਨਹੀਂ, ਤੂੰ 2 ਪਿੰਡ ਇਹਨਾਂ ਨੂੰ ਦੇਣਾ ਕਰ, ਤਾਂ ਕਿ 2 ਪਿੰਡਾਂ ਦੀ ਆਮਦਨ ਦੇ ਰਾਹੀਂ ਇਹ ਆਪਣਾ ਗੁਜ਼ਰਾਨ ਕਰ ਸਕਣ। ਦੁਰਜੋਧਨ ਨੂੰ ਸ਼੍ਰੀ ਕ੍ਰਿਸ਼ਨ ਜੀ ਨੇ ਆਖਿਆ ਕਿ 2 ਪਿੰਡ ਦੇ ਦੇ, ਤਾਂ ਕਿ 2 ਪਿੰਡਾਂ ਦੇ ਰਾਹੀਂ ਆਪਣਾ ਗੁਜ਼ਰਾਨ ਕਰ ਸਕੇ।
ਅੱਗੋਂ ਗੁਰੂ ਸਵਾਰਿਓ ਦੁਰਯੋਧਨ ਕਹਿਣ ਲੱਗਿਆ, ਸ਼੍ਰੀ ਕ੍ਰਿਸ਼ਨ ਜੀ ਨੂੰ ਕਹਿਣ ਲੱਗਿਆ, ਭਗਵਾਨ ਜੀ ਤੁਸੀਂ 2 ਪਿੰਡਾਂ ਦੀ ਗੱਲ ਕਰਦੇ ਹੋ, ਮੈਂ ਤਾਂ 2 ਗਿੱਠ ਧਰਤੀ ਵੀ ਨਹੀਂ ਇਹਨਾਂ ਨੂੰ ਦੇਣੀ ਹੈ, 2 ਪਿੰਡ ਤਾਂ ਦੂਰ ਦੀ ਗੱਲ ਹੈ। ਮੈਂ ਸੀ ਨਾ ਵਿੱਚ, ਹਿਰਦਿਆਂ ਦਾ ਮੈਂ ਸੀ, ਅਹੰਕਾਰ ਸੀ। ਪਰ ਹੋਇਆ ਕਿ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, 12 ਜੋਜਨ ਛਤਰ ਚੱਲੈ ਥਾ ਦੇਹੀ ਗਿਰਜਨ ਖਾਈ। ਜਿਹੜਾ 12 ਜੋਜਨ ਤੱਕ ਛਤਰ ਝੂਲਦੇ ਸਨ, ਅੱਜ ਹਾਲਤ ਇਹੋ ਜਿਹੀ ਹੋ ਗਈ ਕਿ ਉਹਨਾਂ ਦੀ ਦੇਹੀਆਂ ਜਿਹੜੀਆਂ ਲੋਥਾਂ ਦੇ ਢੇਰ ਲੱਗੇ ਹੋਏ ਸਨ, ਗਿਰਜਾਂ ਨੇ ਗੁਰੂ ਸਰੇ ਉਹ ਦਹੀਆਂ ਖਾਣਾ ਕੀਤੀਆਂ ਸਨ। ਮਾਣ ਕਾਹਦਾ ਕਰਨਾ, ਕਾਹਦਾ ਹੰਕਾਰ ਕਰਨਾ। ਤੇ ਸਤਿਗੁਰੂ ਕਹਿੰਦੇ ਹਾਰੀ ਜ਼ਿੰਦਗੀ ਜੀਵ ਮੇਰੀ ਮੇਰੀ ਕਰਦਾ ਕਿ ਆ ਮੇਰਾ ਕਹਿੰਦੇ ਪੁੱਤਰ ਕਲੱਤਰ ਸਨੇਹ, ਮੋਹ ਦੀਆਂ ਤੰਦਾਂ 'ਚ ਐਸਾ ਖਚਤ ਹੈ। ਆਖਦਾ ਹੈ ਕਿ ਇਹ ਮੇਰਾ ਪੁੱਤਰ ਹੈ, ਇਹ ਮੇਰੀ ਘਰ ਵਾਲੀ ਹੈ, ਇਹਦੇ ਵਿੱਚ ਹੀ ਖਚਤ ਹੈ। ਇਹਦਾ ਮਤਲਬ ਇਹ ਨਹੀਂ ਕਿ ਆਪਣੇ ਬੱਚਿਆਂ ਨੂੰ ਆਪਾਂ ਪ੍ਰੇਮ ਨਹੀਂ ਕਰਨਾ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਮਝਾਇਆ ਕੀ ਹੈ। ਕਈ ਵਾਰੀ ਕਈ ਇਹੋ ਗੁਰਬਾਣੀ ਪੜ੍ਹਦੇ ਨੇ, ਉਹ ਬੱਚਿਆਂ ਤੋਂ ਬਿਲਕੁਲ ਦੂਰ ਹੋ ਜਾਂਦੇ ਨੇ। ਨਹੀਂ, ਸਤਿਗੁਰੂ ਨੇ ਸਾਨੂੰ ਪ੍ਰੇਮ ਕਰਨਾ ਸਿਖਾਇਆ। ਸਾਚ ਕਹੋ ਸੁਣ ਲਿਓ ਸਭਾ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਸੰਜੋਗਾਂ ਕਰਕੇ ਸਾਡਾ ਮਿਲਾਪ ਹੋਇਆ। ਕੋਈ ਕਿਸੇ ਦਾ ਪੁੱਤਰ ਹੈ, ਕਿਸੇ ਦੀ ਘਰ ਵਾਲੀ ਹੈ, ਕਿਸੇ ਦੀ ਭੈਣ ਹੈ। ਇਹ ਸਾਰਾ ਰਿਸ਼ਤੇਦਾਰ ਜਿੰਨਾ ਵੀ ਪਰਿਵਾਰ ਹੈ ਨਾ, ਇਹ ਸਾਡਾ ਸੰਜੋਗਾਂ ਕਰਕੇ ਮਿਲਾਪ ਹੋਇਆ ਹੈ। ਪਰਿਵਾਰ ਨੂੰ ਦੇਖ ਕੇ ਤੈਨੂੰ ਗੁਰੂ ਚਿੱਤ ਜਾਣਾ ਚਾਹੀਦਾ। ਤੈਨੂੰ ਉਹ ਮਾਲਕ ਚਿੱਤ ਜਾਣਾ ਕਿ ਮਾਲਕ ਜੀ ਤੇ ਤੇਰਾ ਧੰਨਵਾਦ ਹੈ, ਰਹਿਮਤ ਹੈ, ਤੈਂ ਮੇਰੀ ਟਹਿਲ ਸੇਵਾ ਲਈ ਮੈਨੂੰ ਮੇਰੇ ਮਾਤਾ ਪਿਤਾ ਦੇਣਾ ਕੀਤੇ ਨੇ। ਮੇਰੀ ਕੁੱਲ ਨੂੰ ਵਧਾਉਣ ਵਾਸਤੇ ਪ੍ਰਮਾਤਮਾ ਤੇਰਾ ਗੁਰੂ ਜੀ ਤਰ੍ਹਾਂ ਤੁਹਾਡਾ ਸ਼ੁਕਰ ਹੈ, ਤੁਸੀਂ ਮੈਨੂੰ ਅੰਸ਼ ਬੰਸ਼ ਬਖਸ਼ਿਸ਼ ਕੀਤੀ ਹੈ। ਸ਼ੁਕਰ ਕਰਨਾ ਵਾਹਿਗੁਰੂ ਦਾ। ਸਨੇਹ ਗੱਚੀਆਂ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਮਾਤਾ ਪਿਤਾ ਨੂੰ ਬਣਦਾ ਸਤਿਕਾਰ ਸਨਮਾਨ ਦੇਣਾ ਹੈ। ਪਰ ਪਾਤਸ਼ਾਹ ਕਹਿੰਦੇ ਮੋਹ ਦੀਆਂ ਤੰਦਾਂ ਵਿੱਚ ਖਚਤ ਨਹੀਂ ਹੋਣਾ। ਪਰ ਮੋਹ 'ਚੋਂ ਨਿਕਲਣਾ ਬੜਾ ਔਖਾ। ਗੁਰੂ ਕਿਰਪਾ ਕਰ ਦੇਵੇ ਨਾ, ਫਿਰ ਹੀ ਮੋਹ 'ਚੋਂ ਨਿਕਲਿਆ ਜਾ ਸਕਦਾ ਹੈ। ਬੱਚਿਆਂ ਦੇ ਲਈ ਹੀ, ਪਰਿਵਾਰ ਦੇ ਲਈ ਕਈ ਵਾਰੀ ਜੀਵ ਇਸ ਤਰ੍ਹਾਂ ਦੇ ਕੰਮ ਕਰਦਾ ਜਿਹੜੇ ਕੰਮ ਕਰਨ ਨੂੰ ਸਾਡਾ ਜ਼ਮੀਰ ਇਜਾਜ਼ਤ ਨਹੀਂ ਦਿੰਦਾ, ਜਿਹੜੇ ਕੰਮ ਕਰਨ ਤੋਂ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਰੋਕਿਆ ਹੋਇਆ ਹੈ। ਤੇ ਫਿਰ ਵੀ ਆਪਣੇ ਧਰਮ ਤੋਂ, ਇਖਲਾਕ ਤੋਂ ਡਿੱਗ ਕੇ ਜੀਵ ਉਹ ਕਰਮ ਕਰ ਦਿੰਦਾ ਹੈ। ਤੇ ਸਤਿਗੁਰੂ ਕਹਿੰਦੇ ਇਹ ਮੋਹ ਦੀਆਂ ਤੰਦਾਂ ਹੋਣ ਕਰਕੇ ਤਾਂ ਹੀ ਇਸ ਤਰ੍ਹਾਂ ਕਰਦਾ ਹੈ। ਇਸ ਕਰਕੇ ਕਹਿੰਦੇ ਭਾਈ ਇਹ ਸਭ ਕੁਝ ਕਹਿੰਦੇ ਜਿੰਨਾ ਵੀ ਪੁੱਤਰ ਹੈ, ਘਰ ਵਾਲੀ ਹੈ, ਇਹਦਾ ਸਨੇਹ ਕਰਨਾ, ਮੇਰੀ ਮੇਰੀ ਕਰਦੇ ਜ਼ਿੰਦਗੀ ਬਤੀਤ ਕਰਨੀ ਹੈ। ਕਹਿੰਦੇ ਇਸ ਤਰ੍ਹਾਂ ਫਿਰ ਤਾਂ ਭਾਈ ਤੇਰੇ ਉੱਤੇ ਉਸ ਮਾਲਕ ਦੀ ਕਿਰਪਾ ਨਹੀਂ ਹੋਣੀ। ਮੋਹ ਵਿੱਚ ਹੀ ਸਾਰੀ ਜ਼ਿੰਦਗੀ ਖਚਤ ਰਹੇਗਾ। ਨਾਨਕ ਨਾਮ ਵਿਹੂਣੀਆਂ ਨਿਯਮ ਨਿਆਦੀ ਦੇਹ। ਨਿਯਮ ਨਿਆਦੀ ਤੋਂ ਬੇਬੁਨਿਆਦ ਜਿਹੜੀ ਹੋਵੇ, ਜਿਹੜੀ ਨੀਂਵ ਕਿਹੜੀ ਕਿਸੇ ਕੰਮ ਨਾ ਆਉਂਦੀ ਹੋਵੇ, ਮਜ਼ਬੂਤ ਨੀਂਵ ਨਾ ਹੋਵੇ। ਤੇ ਸਤਿਗੁਰੂ ਕਹਿੰਦੇ ਜੇ ਨਾਮ ਨਹੀਂ ਹੈ ਤੇਰੇ ਕੋਲ, ਬੰਦਗੀ ਨਹੀਂ ਹੈ, ਜੀਵ ਇਸਤਰੀ ਹੈ। ਉਹ ਜੀਵ ਇਸਤਰੀਆਂ ਫਿਰ ਨਾਮ ਤੋਂ ਵਿਹੂਣੀਆਂ ਹੀਣੀਆਂ ਹਨ, ਮਾਨੋ ਬੇਬੁਨਿਆਦ ਹਨ। ਕਹਿੰਦੇ ਇਸ ਤਰ੍ਹਾਂ ਦੀਆਂ ਉਹ ਦਹੀਆਂ ਕਿਸੇ ਕੰਮ ਨਹੀਂ ਆਉਂਦੀਆਂ, ਜਿਹੜੀਆਂ ਦਹੀਆਂ ਦੇ ਰਾਹੀਂ ਉਸ ਮਾਲਕ ਦੀ ਟਹਿਲ ਸੇਵਾ ਨਾ ਕੀਤੀ ਜਾਵੇ, ਪਰਮਾਤਮਾ ਦਾ ਸਿਮਰਨ ਨਾ ਕੀਤਾ ਜਾਵੇ, ਫਿਰ ਉਹ ਦਹੀਆਂ ਕਿਸੇ ਕੰਮ ਨਹੀਂ ਹਨ। ਇਸ ਕਰਕੇ ਗੁਰੂ ਸਵਾਰਿਓ, ਸਤਿਗੁਰੂ ਜੀ ਨੇ ਸਾਨੂੰ ਇਹ ਦਹੀਆਂ ਬਖਸ਼ਿਸ਼ ਕੀਤੀਆਂ। ਤੇ ਸਤਿਗੁਰੂ ਨੇ ਆਖ ਦਿੱਤਾ ਕਿ ਭਾਈ ਤੈਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਮਨੁੱਖਾ ਦੇਹੀ ਦੇ ਰਾਹੀਂ ਤੂੰ ਉਸ ਮਾਲਕ ਦਾ ਸਿਮਰਨ ਕਰ, ਬੰਦਗੀ ਕਰ। ਅਸਲ ਵਿੱਚ ਬੰਦਗੀ ਕਰਨ ਵਾਸਤੇ, ਚੰਗੇ ਕਰਮ ਕਰਨ ਵਾਸਤੇ ਹੀ ਸਾਨੂੰ ਇਹ ਦਹੀਆਂ ਮਿਲੀਆਂ ਹਨ। ਸਤਿਗੁਰੂ ਜੀ ਕਹਿੰਦੇ ਨੇ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰ ਹੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ।
ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੁੱਛੋ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਚਿਰੰਕਾਲ ਮਾਨਸ ਜਨਮ ਅਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕੈ। ਲੋਚਨ ਅਮੋਲ ਗੁਰ ਦਰਸ ਅਮੋਲ ਦੇਖੇ, ਸ਼ਰਵਣ ਅਮੋਲ ਗੁਰ ਬਚਨ ਧਰਨ ਕੈ। ਨਾਸਕਾ ਅਮੋਲ ਚਰਨਾਰ ਬਿੰਦ ਬਾਸਨਾ ਕੈ, ਰਸਨਾ ਅਮੋਲ ਗੁਰ ਮੰਤਰ ਸਿਮਰਨ ਕੈ। ਹਸਤ ਅਮੋਲ ਗੁਰ ਦੇਵ ਸੇਵਕੈ ਸਫਲ, ਚਰਨ ਅਮੋਲ ਪ੍ਰਦਰਸ਼ਨਾ ਕਰਨ ਕੈ। ਗੁਰ ਪ੍ਰਦਰਸ਼ਨਾ ਕਰਨ ਕੈ। ਭਾਈ ਗੁਰਦਾਸ ਜੀ ਨੇ ਸਾਡੇ ਕੱਲੇ ਕੱਲੇ ਅੰਗ ਦੀ ਉਦਾਹਰਣ ਦੇਖ ਕੇ ਇਹ ਦੱਸਿਆ ਕਿ ਇਹ ਜੀਵ, ਇਹ ਬੰਦੇ, ਤੈਨੂੰ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ। ਇਹ ਮਨੁੱਖਾ ਦੇਹੀ ਤੈ ਬੜੇ ਜਨਮ ਭੋਗਣਾ ਕੀਤੇ, ਚਿਰੰਕਾਲ ਮਾਨਸ ਜਨਮ ਅਮੋਲ ਪਾਏ। ਤੇਰਾ ਮਨੁੱਖਾ ਜਨਮ, ਇਹ ਸਰੀਰ ਤੇਰਾ ਬੜਾ ਅਮੋਲਕ ਹੈ, ਦੇਹੀ ਤੈਨੂੰ ਪ੍ਰਾਪਤ ਹੋ ਗਈ। ਚਿਰੰਕਾਲ ਭਾਵ ਕਈ ਜਨਮ ਪੇ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕਰੰਗਾ ਇਤਿਆਦਿਕ ਇਹੋ ਜੀਆਂ ਜੂਨਾਂ ਵਿੱਚ ਭਟਕਦਾ ਰਿਹਾ, ਟੇਢੀਆਂ ਮੇਢੀਆਂ ਜੂਨਾਂ 'ਚ ਭਟਕਿਆ। 84 ਦਾ ਭ੍ਰਮਣ ਕਰਕੇ ਅੱਜ ਤੈਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ। ਇਹਨੂੰ ਸਫਲਾ ਕਰ, ਐਵੇਂ ਵਿਅਰਥ ਨਾ ਗਵਾ। ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋ ਕੇ, ਮੈਂ ਮੇਰੀ ਵਿੱਚ ਖਚਤ ਹੋ ਕੇ ਤੂੰ ਵਿਅਰਥ ਨਾ ਗਵਾ, ਸਫਲਾ ਕਰ। ਤੇ ਸਤਿਗੁਰੂ ਭਾਈ ਗੁਰਦਾਸ ਪੁੱਛਿਆ ਕਿ ਕਿਵੇਂ ਸਫਲਾ ਕਰਨਾ? ਕਿ ਸਫਲ ਜਨਮ ਗੁਰ ਚਰਨ ਸ਼ਰਨ ਕੈ, ਕਿ ਗੁਰੂ ਦੀ ਚਰਨ ਸ਼ਰਨ ਵਿੱਚ ਜਾ। ਚਰਨ ਜਿਵੇਂ ਆਪ ਸੰਗਤਾਂ ਆਪਾਂ ਸਾਰੇ ਗੁਰੂ ਦੀ ਹਜ਼ੂਰੀ 'ਚ ਬੈਠੇ ਆ ਨਾ, ਇਹ ਸਾਡਾ ਸਮਾਂ ਸਫਲਾ, ਸਾਡਾ ਇੱਥੇ ਆਇਆ ਸਫਲਾ। ਕਿਉਂਕਿ ਬੇਸ਼ੱਕ ਸਾਡੀਆਂ ਮਨ ਕਰਕੇ ਹਾਜ਼ਰੀ ਨਹੀਂ ਲੱਗਦੀ, ਸਰੀਰਕ ਹਾਜ਼ਰੀ ਤਾਂ ਲੱਗ ਰਹੀ ਹੈ ਨਾ। ਗੁਰੂ ਦਾ ਹੁਕਮ ਹੈ ਕਿ ਚਰਨ ਸ਼ਰਨ ਜਾਣਾ। ਆਪਾਂ ਗੁਰੂ ਦੇ ਹੁਕਮ ਦੀ ਪਾਲਣਾ ਕਰਕੇ ਗੁਰੂ ਸਾਹਿਬਾਨ ਦੀ ਚਰਨ ਸ਼ਰਨ 'ਚ ਬੈਠੇ ਵੀ ਹਾਂ ਤੇ ਗੁਰੂ ਦੀਆਂ ਕਥਾ ਕਹਾਣੀਆਂ ਵੀ ਸੁਣ ਰਹੇ ਹਾਂ। ਸਫਲ ਜਨਮ ਗੁਰ ਚਰਨ ਸ਼ਰਨ ਕੈ। ਫਿਰ ਅਗਲਾ ਬਚਨ ਕਰਦੇ ਨੇ, ਲੋਚਨ ਅਮੋਲ ਗੁਰ ਦਰਸ ਅਮੋਲ ਦੇਖੇ, ਸ਼ਰਵਣ ਅਮੋਲ ਗੁਰ ਬਚਨ ਧਰਨ ਕੈ। ਲੋਚਨ ਦਾ ਅਰਥ ਨੇਤਰ। ਤੇਰੇ ਬੜੇ, ਕਹਿੰਦੇ ਤੇਰੇ ਨੇਤਰ ਬੜੇ ਕੀਮਤੀ ਹਨ, ਅਮੋਲਕ ਹਨ। ਇਹਨੂੰ ਸਫਲਾ ਕਰ। ਕਿਵੇਂ ਸਫਲਾ ਕਰਨਾ? ਕਹਿੰਦੇ ਗੁਰੂ ਦੇ ਦਰਸ਼ਨ ਕਰਨਾ ਕਰ, ਇਹ ਨੇਤਰਾਂ ਦੇ ਨਾਲ। ਨੈਣੀ ਦੇਖੋ ਗੁਰੂ ਦਰਸ਼ਨ, ਤੂੰ ਗੁਰੂ ਦੇ ਦਰਸ਼ਨ ਕਰਨਾ ਕਿ ਨੇਤਰਾਂ ਦੇ ਰਾਹੀਂ, ਫਿਰ ਤੇਰੇ ਨੇਤਰ ਵੀ ਕਹਿੰਦੇ ਸਫਲੇ ਨੇ ਭਾਈ। ਸ਼ਰਵਣ ਅਮੋਲ ਗੁਰ ਬਚਨ ਧਰਨ ਕੈ। ਨੇਤਰਾਂ ਨਾਲ ਤੂੰ ਪਰਾਇਆ ਰੂਪ ਨਾ ਤੱਕ। ਨੇਤਰਾਂ ਦੇ ਰਾਹੀਂ ਤੂੰ ਕੇਵਲ ਆਪਣੇ ਗੁਰੂ ਦੇ ਦੀਦਾਰ ਕਰ, ਗੁਰੂ ਦੀ ਬਾਣੀ ਨੂੰ, ਬਾਣੀ ਦੇ ਦਰਸ਼ਨ ਕਰਨਾ ਕਰ। ਤੇ ਸ਼ਰਵਣਾਂ ਦੇ ਰਾਹੀਂ ਕਿਸੇ ਦੀ ਚੁਗਲੀ ਨਿੰਦਿਆ ਨਾ ਸੁਣ, ਕਿਸੇ ਦਾ ਮਾੜਾ ਨਾ ਸੋਚ। ਇਹਨਾਂ ਸ਼ਰਵਣਾਂ ਦੇ ਰਾਹੀਂ ਗੁਰੂ ਕਾ ਜਸ ਸੁਣ, ਗੁਰੂ ਕੀ ਵਡਿਆਈ ਸੁਣ, ਕਰੀ ਦੀ ਕੀਰਤੀ ਨਵਦਾ ਭਗਤੀ ਸੁਣਨਾ ਕਰ। ਕਹਿੰਦੇ ਸੱਚ ਜਾਣੀ, ਤੇਰੇ ਕੰਨ ਵੀ ਬੜੇ ਅਮੋਲਕ ਨੇ, ਇਹ ਵੀ ਤੇਰੇ ਸਫਲ ਹੋ ਜਾਣਗੇ। ਫਿਰ ਅਗਲਾ ਬਚਨ ਕਰਦੇ ਨੇ, ਨਾਸਕਾ ਅਮੋਲ ਚਰਨਾਰ ਬਿੰਦ ਬਾਸਨਾ ਕੈ, ਰਸਨਾ ਅਮੋਲ ਗੁਰ ਮੰਤਰ ਸਿਮਰਨ ਕੈ। ਨਾਸਕਾ ਕਹਿੰਦੇ ਨੇ ਨੱਕ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਆਉਂਦੇ ਹਾਂ, ਅਰਦਾਸ ਬੇਨਤੀ ਕਰਕੇ ਆਪਣਾ ਸੀਸ ਝੁਕਾਉਂਦੇ ਹਾਂ, ਤੇ ਸਾਡਾ ਨੱਕ ਧਰਤੀ ਉੱਤੇ ਲੱਗਦਾ ਹੈ। ਸਾਡਾ ਨੱਕ ਧਰਤੀ ਉੱਤੇ ਲੱਗਦਾ, ਸਾਨੂੰ ਸੰਗਤ ਦੀ ਚਰਨ ਧੂੜੀ ਪ੍ਰਾਪਤ ਹੁੰਦੀ ਹੈ। ਤੇ ਸਤਿਗੁਰੂ ਕਹਿੰਦੇ ਨੇ ਇਸ ਨੱਕ ਦੇ ਰਾਹੀਂ, ਕਹਿੰਦੇ ਭਾਈ ਤੂੰ ਗੁਰੂ ਚਰਨਾਂ ਵਿੱਚ ਆਪਣਾ ਮੱਥਾ ਰਗੜਨਾ ਕਰਾ ਕੇ, ਤੇ ਰਸਨਾ ਦੇ ਰਾਹੀਂ ਤੂੰ ਆਪਣੇ ਉਸ ਮਾਲਕ ਦਾ, ਗੁਰੂ ਦਾ ਤੂੰ ਸਿਮਰਨ ਕਰਨਾ ਕਰ, ਗੁਰੂ ਗੁਰੂ ਜਪਣਾ ਕਰ, ਵਾਹਿਗੁਰੂ ਵਾਹਿਗੁਰੂ ਜਪ। ਕਹਿੰਦੇ ਸੱਚ ਜਾਣੀ ਰਸਨਾ ਵੀ ਤੇਰੀ ਸਫਲੀ ਹੋ ਜਾਵੇਗੀ,
ਨਿਸ ਰਸਨਾ ਨਾ ਕਿਸੇ ਦੀ ਚੁਗਲੀ ਨਹੀਂ ਕਰਨੀ, ਰਸਨਾ ਨਾਲ ਝੂਠ ਨਹੀਂ ਬੋਲਣਾ, ਰਸਨਾ ਕਿਸੇ ਨਿੰਦਿਆ ਨਹੀਂ ਕਰਨੀ ਹੈ। ਇਹਨਾਂ ਤੋਂ ਤੈਂ ਗੁਰੇਜ਼ ਕਰਨਾ ਹੈ ਅਤੇ ਕੇਵਲ ਤੇ ਕਿਸ ਰਸਨਾ ਦੇ ਰਾਹੀਂ ਰਸਨਾ ਜਪਤੀ ਤੂੰ ਹੀ ਇਹ ਕਰਮ ਕਰਨੇ ਹਨ। ਤੇ ਸਤਿਗੁਰੂ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਹਸਤ ਅਮੋਲ ਗੁਰਦੇਵ ਕੈ ਸਫਲ, ਚਰਨ ਅਮੋਲ ਪ੍ਰਦਰਸ਼ਨਾ ਕਰਨ ਕੈ। ਅਗਲਾ ਬਚਨ ਕਹਿੰਦੇ ਤੈਨੂੰ ਪਰਮਾਤਮਾ ਨੇ ਹੱਥ ਦੇਣਾ ਕੀਤੇ ਨੇ, ਬਿਨ ਸੇਵਾ ਧ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਦੀ ਸੇਵਾ ਕੀਤੇ ਇਹਨਾਂ ਹੱਥ ਪੈਰ ਸਾਰੇ ਧ੍ਰਿਗ ਨੇ, ਕਿਸੇ ਕੰਮ ਨਹੀਂ। ਤੂੰ ਉਸ ਮਾਲਕ ਦੀ ਟਹਿਲ ਸੇਵਾ ਹੱਥ ਦਿੱਤੇ ਨੇ, ਹੱਥਾਂ ਨਾਲ ਤੂੰ ਟਹਿਲ ਸੇਵਾ ਕਰਨਾ ਕਰ। ਤੇ ਇਸੇ ਤਰ੍ਹਾਂ ਹੀ ਆਪਣੇ ਪੈਰਾਂ ਨਾਲ ਤੁਰ ਕੇ ਗੁਰੂ ਕੀ ਪ੍ਰਦਰਸ਼ਨਾ ਕਰਨਾ ਕਰਮਾਂ ਕਰ, ਗੁਰੂ ਨੂੰ ਸਮਰਪਿਤ ਹੋਣਾ ਕਰ, ਗੁਰੂ ਦੇ ਹੁਕਮ ਦੀ, ਗੁਰੂ ਦੇ ਉਪਦੇਸ਼ ਦਾ ਧਾਰਨੀ ਬਣ। ਫਿਰ ਤੇਰਾ ਜੀਵਨ ਸਫਲਾ ਹੋ ਜਾਵੇ। ਤੇਰਾ ਮਨੁੱਖਾ ਦੇਹੀ ਜਿਹੜੀ ਤੈਨੂੰ ਪਰਮਾਤਮਾ ਪਾਸੋਂ ਪ੍ਰਾਪਤ ਹੋਈ ਹੈ, ਇਹ ਦੇਹੀ ਤੇਰੇ ਲੇਖੇ ਵਿੱਚ ਲੱਗ ਜਾਵੇਗੀ, ਤੇਰਾ ਸੰਸਾਰ ਵਿੱਚ ਆਇਆ ਸਫਲਾ ਹੋ ਜਾਵੇਗਾ। ਸੋ ਇਹੀ ਵਚਨ ਸਤਿਗੁਰੂ ਇੱਥੇ ਕਰਦੇ ਨੇ। ਕਹਿੰਦੇ ਪਰ ਜਿਹੜੇ ਨਾਮ ਤੋਂ ਹੀਣੇ ਹਨ ਜੀਵ, ਉਹਨਾਂ ਦੀ ਹਾਲਤ ਇਹੋ ਜਿਹੀ ਹੋ ਜਾਂਦੀ ਹੈ। ਕਹਿੰਦੇ ਨਾਨਕ ਨਾਮ ਵਿਹੂਣੀਆਂ ਨਿਮਨਿਆਦੀ ਦੇਹ। ਨਾਮ ਤੋਂ ਵਿਹੂਣੀ ਜਿਹੜੀ ਦੇਹੀ ਹੈ ਉਹ ਨਿਮਨਿਆ ਬੇਬੁਨਿਆਦ ਹਨ, ਉਹ ਕਿਸੇ ਕੰਮ ਨਹੀਂ ਆਉਣ ਵਾਲੀ ਹੈ। ਪੌੜੀ ਨੈਣੀ ਦੇਖੋ ਗੁਰ ਦਰਸ਼ਨ, ਗੁਰ ਚਰਣੀ ਮੱਥਾ, ਪੈਰੀ ਮਾਰਗ ਚੱਲਦਾ, ਪੈਰੀ ਮਾਰਗ ਗੁਰ ਚੱਲਦਾ, ਪੱਖਾ ਪੇਰੀ ਹੱਥਾ। ਸਤਿਗੁਰੂ ਹੁਣ ਪੌੜੀ ਦੇ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ ਕਿਹੜੇ ਕਰਮ ਸਿੱਖਾਂ ਦਾ ਕਿਸ ਤਰੀਕੇ ਨਾਲ ਕਰਨੇ ਨੇ, ਕਿਵੇਂ ਤੇ ਆਪਣੇ ਸਰੀਰ ਨੂੰ ਸਫਲਾ ਕਰਨਾ ਹੈ। ਤੇ ਸਤਿਗੁਰੂ ਕਹਿੰਦੇ ਨੈਣੀ ਦੇਖੋ ਗੁਰ ਦਰਸ਼ਨ, ਜਿਹੜੇ ਨੇਤਰ ਦਿੱਤੇ ਨੇ ਪ੍ਰਮਾਤਮਾ ਨੇ, ਇਹਨਾਂ ਨੇਤਰਾਂ ਦੇ ਰਾਹੀਂ ਤੂੰ ਗੁਰੂ ਦੇ ਦਰਸ਼ਨ ਕਰਨਾ ਕਰ। ਗੁਰ ਚਰਣੀ ਮੱਥਾ, ਜਿਹੜਾ ਸੀਸ ਦਿੱਤਾ ਤੈਨੂੰ ਪਰਮਾਤਮਾ ਨੇ, ਤੇ ਇਸ ਸੀਸ ਨੂੰ ਤੂੰ ਗੁਰੂ ਚਰਨਾਂ ਵਿੱਚ ਭੇਟਾ ਕਰ ਦੇ, ਪਾ ਮੱਥਾ ਗੁਰੂ ਚਰਨਾਂ ਵਿੱਚ ਜਾ ਕੇ ਰਗੜਨਾ ਕਰ। ਤੇ ਅਗਲਾ ਵਚਨ ਕਰਦੇ ਹਨ ਪੈਰੀ ਮਾਰਗ ਗੁਰ ਚੱਲਦਾ, ਪੱਖਾ ਫੇਰੀ ਹੱਥਾ। ਪੈਰਾਂ ਨਾਲ ਚੱਲ ਕੇ ਕਹਿੰਦੇ ਗੁਰੂ ਕੀ ਸੰਗਤ ਵਿੱਚ ਆ, ਗੁਰੂ ਕੇ ਦਰਬਾਰ ਵਿੱਚ ਆ, ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਫਿਰ ਕਹਿੰਦੇ ਪੱਖਾ ਫੇਰੀ ਹੱਥਾਂ, ਜਿਹੜੇ ਹੱਥਾਂ ਨਾਲ ਪੱਖਾ ਝੱਲਣ ਦੀ ਸੇਵਾ ਕਰਨਾ ਕਰਾਂ। ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਲਾਈਟ ਨਹੀਂ ਹੁੰਦੀ ਸੀ ਤੇ ਪੱਖਾ ਝੱਲਣ ਦੀ ਸੇਵਾ ਸਭ ਤੋਂ ਉੱਤਮ ਮੰਨੀ ਜਾਂਦੀ ਸੀ। ਤੇ ਦੋ ਸਿੰਘਾਂ ਨੇ ਵੱਡੇ ਵੱਡੇ ਪੱਖੇ ਹੱਥ 'ਚ ਪਕੜ ਲੈਣੇ ਤੇ ਸੰਗਤ ਜਦੋਂ ਸਤਿਗੁਰ ਦੀ ਹਜ਼ੂਰੀ 'ਚ ਬੈਠੇ, ਸਤਿਗੁਰੂ ਜੀ ਕਥਾ ਵਾਰਤਾ ਕਰਦੇ ਸੀ, ਉਪਦੇਸ਼ ਦਿੰਦੇ ਸਨ, ਤੇ ਉਦੋਂ ਸੰਗਤ ਨੂੰ ਫਿਰ ਸਿੱਖਾਂ ਨੇ ਪੱਖਾ ਝੱਲਣਾ, ਵੱਡੇ ਵੱਡੇ ਪੱਖੇ, ਹੱਥਾਂ ਵਾਲੇ ਪੱਖਾ ਝੱਲਣਾ। ਤੇ ਸਤਿਗੁਰੂ ਮਹਾਰਾਜ ਆਪ ਮੁੜਕੀ ਹੋ ਜਾਣਾ, ਪਰ ਸੰਗਤ ਨੂੰ ਗਰਮੀ ਨਹੀਂ ਲੱਗਣ ਦੇਣੀ। ਗੁਰੂ ਸਵਾਰੇ ਵੱਡੀ ਉੱਤਮ ਸੇਵਾ ਮੰਨੀ ਗਈ ਸੀ। ਤੇ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਕਹਿੰਦੇ ਆ ਕੇ ਪਹੁੰਚਣਾ, ਪੈਰਾਂ ਨਾਲ ਚੱਲ ਕੇ ਤੇ ਹੱਥਾਂ ਨਾਲ ਕਹਿੰਦੇ ਭਾਈ ਪੱਖਾ ਝੱਲਣ ਦੀ ਸੇਵਾ ਕਰ। ਅਕਾਲ ਮੂਰਤ ਹਿਰਦੈ ਧਿਆਏਂਦਾ, ਦਿਨ ਰਹਿਣ ਜਪੰਥਾ। ਤੇ ਅਗਲਾ ਵਚਨ ਸਤਿਗੁਰੂ ਕਰ ਰਹੇ ਨੇ, ਕਿਉਂਕਿ ਜੋ ਸਾਡੇ ਵਿੱਚ ਘਾਟਾਂ ਨੇ ਉਹ ਘਾਟਾਂ ਸਤਿਗੁਰੂ ਦੱਸ ਰਹੇ ਨੇ। ਆਪਾਂ ਗੁਰੂ ਘਰਾਂ ਦੇ ਵਿੱਚ ਆ ਕੇ ਬੜੀਆਂ ਸੇਵਾਵਾਂ ਕਰਦੇ, ਬੜੀ ਬਖਸ਼ਿਸ਼ ਹੈ। ਗੁਰੂ ਦੀ ਸੇਵਾ ਕਰਨੀ ਇਹ ਗੁਰੂ ਦੀ ਕਿਰਪਾ ਤੋਂ ਨਹੀਂ ਹੋ ਸਕਦੀ। ਝਾੜੂ ਲਾਉਣਾ, ਪੋਚਾ ਲਾਉਣਾ, ਜੋੜੇ ਘਰਾਂ ਸੇਵਾਵਾਂ ਕਰਨੀਆਂ, ਤੇ ਲੰਗਰਾਂ 'ਚ ਦਾਲ ਸਬਜ਼ੀਆਂ ਕੱਟਣੀਆਂ, ਬਣਾਉਣੀਆਂ, ਇਹ ਬੜੀ ਸੇਵਾ ਹੈ। ਐਵੇਂ ਨਹੀਂ ਸੇਵਾ ਹੋ ਜਾਂਦੀ ਹੈ। ਪਰ ਪੁਰਾਤਨ ਜਦੋਂ ਗੁਰਸਿੱਖਾਂ ਦਾ ਆਪਾਂ ਜੀਵਨ ਪੜ੍ਹਦੇ ਹਾਂ, ਸਿੱਖ ਗੁਰੂ ਕੇ ਦਰਬਾਰ ਵਿੱਚ ਆਉਂਦੇ, ਜੇ ਸਬਜ਼ੀ ਕੱਟਦੇ ਨੇ ਨਾ,
ਸਬਜ਼ੀ ਕੱਟਦਿਆਂ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਨੇ। ਜੇ ਲੰਗਰ ਵਰਤਾ ਰਹੇ ਨੇ, ਲੰਗਰ ਵਰਤਾਉਂਦਿਆਂ ਹੋਏ ਵੀ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਦੇ ਨੇ। ਜੇ ਹੋਰ ਸੇਵਾਵਾਂ ਕਰ ਰਹੇ ਨੇ, ਜੋੜੇ ਘਰ ਵਿੱਚ ਜਾਂ ਹੋਰ ਥਾਵਾਂ 'ਤੇ ਝਾੜੂ ਪੋਚਾ ਲਾ ਰਹੇ ਨੇ, ਤੇ ਉਦੋਂ ਫਿਰ ਸਿੱਖ ਬਾਣੀ ਪੜ੍ਹਦੇ ਨੇ, ਜਾਪ ਕਰਦੇ ਨੇ। ਅਤੇ ਮਾਫ਼ ਕਰਨਾ, ਅੱਜ ਅਸੀਂ ਇਹਨਾਂ ਅਸਥਾਨਾਂ 'ਤੇ ਬੈਠ ਕੇ ਜੋ ਜੋੜੇ ਘਰ ਬੈਠਾ ਕੋਈ ਲੰਗਰ ਵਿੱਚ ਸਬਜ਼ੀਆਂ ਕੱਟ ਰਿਹਾ, ਦਾਲ ਬਣਾ ਰਿਹਾ ਜਾਂ ਪ੍ਰਸ਼ਾਦੇ ਬਣਾ ਰਿਹਾ, ਝਾੜੂ ਪੋਚਾ ਲਾ ਰਿਹਾ, ਸੇਵਾ ਜ਼ਰੂਰ ਕਰ ਰਿਹਾ ਹੱਥਾਂ ਨਾਲ, ਪਰ ਮੁੱਖ ਨਾਲ ਫਿਰ ਦੁਨਿਆਵੀ ਗੱਲਾਂ ਹੋ ਰਹੀਆਂ ਨੇ। ਮੁੱਖ ਦੇ ਰਾਹੀਂ ਇੱਕ ਦੂਜੇ ਚੁਗਲੀ ਨਿੰਦਿਆ ਹੋ ਰਹੀ ਹੈ ਕਿ ਫਲਾਣਾ ਇਸ ਤਰ੍ਹਾਂ, ਫਲਾਣਾ ਇਸ ਤਰ੍ਹਾਂ, ਫਲਾਣੀ ਇਸ ਤਰ੍ਹਾਂ, ਫਲਾਣੀ ਇਸ ਤਰ੍ਹਾਂ ਹੀ ਆਪਣਾ ਜੀਵਨ ਬਤੀਤ ਕਰ ਰਹੇ ਹਾਂ। ਸੇਵਾ ਜ਼ਰੂਰ ਕਰ ਰਹੇ ਨੇ, ਪਰ ਸੇਵਾ ਦਾ ਉਹ ਫਲ ਨਹੀਂ ਮਿਲ ਰਿਹਾ ਜਿਹੜਾ ਫਲ ਸਾਨੂੰ ਮਿਲਣਾ ਸੀ। ਇਹੀ ਕਾਰਨ ਹੈ ਕਿ ਜਦੋਂ ਆਪਾਂ ਗੁਰੂ ਘਰ ਦੀ ਸੇਵਾ ਕਰਦੇ ਹਾਂ ਤੇ ਸਾਡੇ ਅੰਦਰ ਫਿਰ ਮਾਣ ਪੈਦਾ ਹੋ ਜਾਂਦਾ, ਹੰਕਾਰ, ਕਿ ਮੈਂ ਸੇਵਾ ਕਰਦਾ। ਮੈਂ ਨਾ ਹੋਵਾਂ ਤੇ ਗੁਰੂ ਨਾਨਕ ਦੇ ਘਰ ਦਾ ਕੰਮ ਨਹੀਂ ਹੋਣਾ ਸੀ। ਇਹ ਮਾਣ ਹੁੰਦਾ ਜੀਵ ਦੇ ਅੰਦਰ, ਪਰ ਇਹ ਨਹੀਂ ਸੋਚਦਾ ਕਿ ਨਹੀਂ, ਗੁਰੂ ਨਾਨਕ ਦੇ ਘਰ ਦੇ ਕੰਮ ਤਾਂ ਅੱਜ ਤੱਕ ਕਦੇ ਬੰਦ ਨਹੀਂ ਹੋਏ, ਨਾ ਹੀ ਬੰਦ ਹੋਣੇ ਨੇ। ਸਾਡੀ ਜ਼ਿੰਦਗੀ ਸਮਾਪਤ ਹੋ ਜਾਣੀ ਹੈ ਤੇ ਗੁਰੂ ਨਾਨਕ ਦੇ ਘਰ ਦੇ ਕਾਰਜ ਆਪਣੇ ਆਪ ਹੀ ਚੱਲਦੇ ਰਹਿਣਗੇ। ਤੇ ਸਤਿਗੁਰੂ ਕਹਿੰਦੇ ਨੇ, ਜਦੋਂ ਗੁਰੂ ਦੀ ਚਰਨ ਸ਼ਰਨ ਵਿੱਚ ਆਉਣਾ, ਹੱਥਾਂ ਨਾਲ ਟਹਿਲ ਸੇਵਾ ਕਰਨੀ, ਪੱਖਾ ਝਲਣ ਦੀ ਸੇਵਾ ਕਰਨੀ ਹੈ। ਕਹਿੰਦੇ ਫਿਰ ਇੱਕ ਕੰਮ ਨਾਲ ਤੈਨੂੰ ਹੋਰ ਕਰਨਾ, ਨਾਲ ਤੈਨੂੰ ਇਹ ਕਾਰਜ ਕਰਨਾ ਪਏ। ਕਿਹੜਾ ਕਾਰਜ? ਅਕਾਲ ਮੂਰਤ ਹਿਰਦੈ ਧਿਆਇਨ ਦਾ। ਅਕਾਲ ਮੂਰਤ ਪਰਮੇਸ਼ਰ, ਅਕਾਲ ਪੁਰਖ ਵਾਹਿਗੁਰੂ, ਜਿਹਦੀ ਜਾਤ ਕਿਸੇ ਨਾਲ ਪ੍ਰੀਤੀ ਨਹੀਂ ਹੈ, ਉਹ ਪਰਮੇਸ਼ਰ ਕਾਲਣ ਕੋ ਕਾਲ, ਮਹਾਕਾਲਣ ਕੋ ਕਾਲ ਹੈ। ਕਹਿੰਦੇ ਐਸੇ ਅਕਾਲ ਪੁਰਖ ਨੂੰ, ਉਹਦੀ ਮੂਰਤ ਨੂੰ ਹਿਰਦੈ ਆਪਣੇ ਹਿਰਦ ਧਿਆਣਾ ਕਰ। ਦਿਨ ਰਹਿਣ ਜਪੰਥਾ, ਦਿਨੇ ਦਿਨ ਰਾਤ ਭਾਈ ਤੂੰ ਜਪਦਾ ਜਾ। ਪਉਸ ਮਾਲਕ ਦਾ ਸਿਮਰਨ ਕਰਨਾ ਕਰ। ਮੈਂ ਛੱਡਿਆ ਸਗਲ ਅਪਾਇਣੋ, ਪਰ ਵਾਸੈ ਗੁਰ ਸਮਰਥਾ। ਅਗਲਾ ਬਚਨ ਪਾਤਸ਼ਾਹ ਜੀ ਕਰਦੇ ਨੇ, ਕਹਿੰਦੇ ਫਿਰ ਜੀਵ ਦੇ ਅੰਦਰ ਮੇਰ ਤੇਰ ਹੁੰਦੀ ਹੈ। ਕਹਿੰਦੇ ਜਦੋਂ ਗੁਰੂ ਦੇ ਦਰ 'ਤੇ ਚੱਲ ਕੇ ਆਣਾ ਭਾਈ, ਉਦੋਂ ਇੰਝ ਆਖ ਕਿ ਸਤਿਗੁਰੂ ਮੈਂ ਆਪਣਾ ਆਪ ਸਭ ਕੁਝ ਛੱਡ ਦਿੱਤਾ, ਮੈਂ ਆਪਣਾ ਆਪ ਜੀ ਉੱਤੇ ਵਾਰ ਦਿੱਤਾ, ਬਸ ਮੈਨੂੰ ਮੈਂ ਨਹੀਂ ਆਪਣਾ ਆਪ ਜਣਾਉਂਦਾ, ਤੇ ਆਪ ਜੀ ਮੇਰੇ ਉੱਤੇ ਕਿਰਪਾ ਕਰੋ, ਰਹਿਮਤ ਕਰੋ। ਪਰਵਾਸੈ ਗੁਰ ਸਮਰੱਥਾ, ਹੇ ਸਮਰੱਥ ਗੁਰੂ, ਮੈਂ ਆਪ ਜੀ ਦੇ ਭਰੋਸੇ 'ਤੇ ਹਾਂ, ਆਪ ਜੀ ਦੇ ਵਿਸ਼ਵਾਸ 'ਤੇ ਹਾਂ, ਮੇਰੇ ਉੱਤੇ ਬਖਸ਼ਿਸ਼ ਕਰੋ। ਕਹਿੰਦੇ ਫਿਰ ਗੁਰੂ ਨੇ ਆਪੇ ਬਖਸ਼ਿਆ ਕਰਨੀਆਂ ਹਨ। ਗੁਰ ਬਖਸ਼ਿਆ ਨਾਮ ਨਿਧਾਨ, ਸਭੋ ਦੁੱਖ ਲੱਥਾ। ਜਦੋਂ ਗੁਰੂ ਦੇ ਚਰਨਾਂ 'ਚ ਇਹ ਬੇਨਤੀ ਕਰਦੇ ਕਿ ਸਮਰੱਥ ਗੁਰੂ ਸਤਿਗੁਰੂ ਜੀ, ਮੈਂ ਤੁਹਾਡੀ ਸ਼ਰਨ 'ਚ ਆਇਆ ਹਾਂ, ਮੇਰੇ 'ਤੇ ਬਖਸ਼ਿਸ਼ ਕਰੋ। ਫਿਰ ਗੁਰੂ ਕੀ ਕਰਦਾ? ਕਹਿੰਦੇ ਗੁਰੂ ਆਪਣੇ ਦਰੋਂ ਨਾਮ ਦਾ ਨਿਧਾਨ ਖਜ਼ਾਨਾ ਬਖਸ਼ਿਸ਼ ਕਰਦਾ। ਨਾਮ ਦਾ ਖਜ਼ਾਨਾ ਆਪਣੇ ਸਿੱਖ ਨੂੰ ਬਖਸ਼ ਦਿੰਦਾ ਹੈ, ਜਿਹਨੂੰ ਪ੍ਰਾਪਤ ਕਰਕੇ ਸਭੋ ਦੁੱਖ ਲੱਥਾ, ਜੀਵ ਦੇ ਸਾਰੇ ਦੁੱਖ ਲੱਥ ਜਾਂਦੇ ਹਨ। ਭੋਗੋ ਪੁੰਚੋ ਭਾਈਓ, ਪੱਲੇ ਨਾਮ ਅਗੱਥਾ। ਸਤਿਗੁਰੂ ਕਹਿੰਦੇ ਇਸ ਨਾਮ ਰੂਪੀ, ਜਿਹੜਾ ਨਾਮ ਰੂਪੀ ਪਦਾਰਥ, ਇਹਨੂੰ ਭੋਗਣਾ ਕਰੋ, ਇਹਨੂੰ ਪੁੰਚਣਾ ਕਰੋ। ਕਹਿੰਦੇ ਇਕੱਠੇ ਹੋ ਕੇ ਭਾਈ, ਕਿਉਂਕਿ ਗੁਰੂ ਸਾਹਿਬਾਨ ਨੇ ਇੱਕ ਨੂੰ ਨਹੀਂ ਆਖਣਾ ਕੀਤਾ। ਸਤਿਗੁਰੂ ਜੀ ਨੇ ਇਹ ਆਖਿਆ ਕਿ ਸਿੱਖ ਨੇ ਆਪ ਵੀ ਨਾਮ ਜਪਣਾ ਹੈ ਤੇ ਲੁਕਾਈ ਨੂੰ ਵੀ ਨਾਮ ਜਪਾਣਾ ਹੈ। ਤੇ ਜਿਹੜੇ ਸਤਿਗੁਰੂ ਜੀ ਨੇ ਇਹ ਉੱਚੀ ਤਰ ਹੋਕਾ ਦੇ ਕੇ ਸਤਿਗੁਰੂ ਨੇ ਆਖਣਾ ਕੀਤਾ ਕਿ ਜਪ ਮਨ ਸਤ ਨਾਮ, ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਕਿਸੇ ਨੂੰ ਨਹੀਂ ਆਖਿਆ ਕਿ ਤੇਰੇ ਕੰਨ 'ਚ ਮੈਂ ਮੰਤਰ ਆਖ ਰਿਹਾ, ਜੇ ਮੰਤਰ ਦਾ ਕਿਸੇ ਨੂੰ ਸੁਣਾਇਆ ਤੇਰੀ ਜ਼ਬਾਨ ਸੜ ਜਾਵੇਗੀ। ਤੇ ਗੁਰੂ ਨੇ ਹੋਕਾ ਦਿੱਤਾ ਕਿ ਭਾਈ ਸਾਰੇ ਜਪੋ। ਕਿਸੇ ਨੇ ਵੀ ਆਪਣੀ ਰਸਨਾ ਵਾਂਝੀ ਨਹੀਂ ਰਹਿਣ ਦੇਣੀ, ਹਰ ਵਾਰੀ ਆਪਣੀ ਜ਼ਬਾਨ ਦੇ ਰਸਨਾ ਰਾਹੀਂ ਸਤਿਨਾਮ ਵਾਹਿਗੁਰੂ ਦਾ ਜਪ ਕਰਨਾ ਹੈ। ਇਸ ਕਰਕੇ ਕਹਿੰਦੇ ਹੁਣ ਮੇਰੇ ਪੱਲੇ ਵਿੱਚ ਨਾਮ ਦਾ ਖਜ਼ਾਨਾ ਹੈ। ਨਾਮ ਦਾਨ ਇਸਨਾਨ ਦ੍ਰਿੜ,
ਸਦਾ ਕਰੋ ਗੁਰ ਕਥਾ। ਕਹਿੰਦੇ ਹੁਣ ਇਹੀ ਮਾਂ ਗੁਰੂ ਦੇ ਚਰਨਾਂ 'ਚ ਮੈਂ ਬੇਨਤੀ ਕਰਦਾ ਕਿ ਪਾਤਸ਼ਾਹ ਮੇਰੇ 'ਤੇ ਬਖਸ਼ਿਸ਼ ਕਰ, ਮੈਨੂੰ ਆਪਣੇ ਦਿਨੋਂ ਨਾਮ ਦਾ ਦਾਨ ਦੇਣਾ ਕਰ, ਸੰਗਤ ਜਿਹੜੀ ਸੰਗਤ ਕਰਨੀ ਹੈ ਇਹ ਮੈਨੂੰ ਇਸ਼ਨਾਨ ਕਰਾਉਣਾ ਕਰ, ਦ੍ਰਿੜ ਕਰਾਉਣਾ ਕਰ, ਮੈਨੂੰ ਆਪਣੇ ਧਰਮ 'ਚ ਪ੍ਰਪੱਕ ਰੱਖ, ਅਤੇ ਸਦੀਵੀ ਕਾਲ ਲਈ ਮੈਂ ਆਪ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਦੀਆਂ ਕਥਾ ਕਹਾਣੀਆਂ ਸਿਫਤ ਸਲਾਹ ਵਡਿਆਈ ਕਰਦਾ ਰਹਾਂ, ਇਹ ਮੇਰੇ ਉੱਤੇ ਬਖਸ਼ਿਸ਼ ਕਰ। ਸਹਿਜ ਪਿਆ ਪ੍ਰਭ ਪਾਇਆ ਜਮ ਕਾ ਭੋ ਲੱਥਾ। ਕਹਿੰਦੇ ਜਿਹੜੇ ਇਸ ਤਰੀਕੇ ਦੇ ਨਾਲ ਗੁਰੂ ਕੀ ਸੰਗਤ ਕਰਕੇ ਗੁਰੂ ਕਾ ਜਸ ਕਰਦੇ, ਵਡਿਆਈ ਕਰਦੇ ਹਨ, ਸਿਮਰਨ ਕਰਦੇ ਹਨ, ਉਹਨਾਂ ਨੂੰ ਫਿਰ ਉਹਨਾਂ ਦੀ ਅਵਸਥਾ ਬਣਦੀ ਹੈ, ਉਹਨਾਂ ਨੂੰ ਸਹਿਜ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਸਹਿਜ ਵਾਲੀ ਅਵਸਥਾ ਆਤਮ ਅਡੋਲਤਾ, ਜਿੱਥੇ ਮਨ ਕਦੇ ਡੋਲਦਾ ਨਹੀਂ, ਉਹ ਅਵਸਥਾ ਕਹਿੰਦੇ ਭਿਆ ਪ੍ਰਾਪਤ ਹੋ ਗਈ। ਕਦੋਂ ਹੋਈ? ਜਦੋਂ ਪ੍ਰਭੂ ਨੂੰ ਪ੍ਰਾਪਤ ਕੀਤਾ, ਅਤੇ ਉਹ ਅਵਸਥਾ ਪ੍ਰਾਪਤ ਕਰਕੇ ਜਮ ਕਾ ਭੋ ਲੱਥਾ, ਜਮਾਂ ਦਾ ਭੋ ਡਰ ਸਾਰਾ ਲੱਥ ਗਿਆ, ਲਹਿ ਗਿਆ, ਹੁਣ ਬਿਲਕੁਲ ਖਤਮ ਹੋ ਗਿਆ ਕਿ ਅੱਜ ਇਹੋ ਜਿਹੀ ਅਵਸਥਾ ਬਣ ਗਈ ਕਿ ਮਰੋ ਤਾਂ ਹਰਿ ਕੈ ਦੁਆਰ, ਕਿ ਅੱਜ ਨਹੀਂ ਤਾਂ ਇੱਕ ਦਿਨ ਤਾਂ ਖਤਮ ਹੋਣਾ ਹੀ ਹੈ। ਜਿਹੜੀ ਜਿੰਦ ਹੈ ਇਹ ਕਿਉਂ ਨਾ ਗੁਰੂ ਕੇ ਲੇਖੇ ਲਾ ਦਈਏ। ਅਤੇ ਇਸ ਤਰੀਕੇ ਦੇ ਨਾਲ ਗੁਰੂ ਸਵਾਰਿਓ ਉਹ ਗੁਰਮੁਖ ਜਨ ਫਿਰ ਸਾਸ ਗਰਾਸ ਦੁਆਰਾ ਪਰਮੇਸ਼ਰ ਦਾ ਨਾਮ ਜਪਦੇ, ਸਿਮਰਨ ਕਰਦੇ ਹਨ, ਬੰਦਗੀ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਲੈਂਦੇ ਹਨ। ਇਹ ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਦਾਸ ਤੋਂ ਬੋਲਦੇ ਤੋਂ ਇੱਕ ਨਹੀਂ, ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਹਨ। ਭੁੱਲ ਚੁੱਕ ਦੀ ਖਿਮਾ ਕਰਨੀ ਜੀ। ਆਓ ਅਖੀਰਲੀਆਂ ਪੰਕਤੀਆਂ